bringing souls from earth to eternal life. हालेलुया, जोरदार तालियां खुदावंद यीशु मसीह वास्ते। जी शुक्रगुजारी करने हैं जिंदा खुदावंद दी आज दे इस टाइम वास्ते कि ਅਸੀਂ जिंदा खुदा दी हजूरी च वा। हाले कलाम चों ਅਸੀਂ देख रहे हैं रूहानी या जिस्मानी दो कैटेगरी ने। ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਇੱਕ ਦੇ ਵਿੱਚ ਰਹਿ ਕੇ ਕੋਈ ਵੀ ਬੰਦਾ ਜ਼ਿੰਦਗੀ ਗੁਜ਼ਾਰੇਗਾ, ਜਾਂ ਉਹ ਰੂਹਾਨੀ ਤੌਰ ਤੇ ਜ਼ਿੰਦਗੀ ਗੁਜ਼ਾਰੇਗਾ ਜਾਂ ਜਿਸਮਾਨੀ ਤੌਰ ਤੇ ਗੁਜ਼ਾਰੇਗਾ। ਤੀਜੀ ਕੈਟਾਗਰੀ ਕੋਈ ਨਹੀਂ ਹੈ, ਜਾਂ ਜਿਸਮਾਨੀ ਵਿੱਚ ਜਾਂ ਰੂਹਾਨੀ ਵਿੱਚ। ਇਹਨਾਂ ਦੋਨਾਂ ਕੈਟਾਗਰੀ ਦੇ ਵਿੱਚੋਂ ਇੱਕ ਦੇ ਵਿੱਚ ਰਹਿ ਕੇ ਬੰਦਾ ਜ਼ਿੰਦਗੀ ਗੁਜ਼ਾਰੇਗਾ। ਹੁਣ ਜ਼ਰੂਰਤ ਇਸ ਗੱਲ ਦੀ ਕਿ ਅਸੀਂ ਵੇਖੀਏ ਕਿ ਅਸੀਂ ਕਿਹੜੀ ਕੈਟਾਗਰੀ 'ਚ ਵਾਂ, ਅਸੀਂ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰ ਰਹੇ ਹਾਂ, ਕਿਹੜੀ शख्सियत साड़ी है। साड़ा जिंदगी गुजारना जिस्मानी है या रूहानी है। एक गल याद रखना, जे असी जिस्मानी होए इस गल नूं अपनी जिंदगी चों कढ दिओ, भुल जाओ, सिरे तो खत्म कर दो कि तुसी खुदा नूं पसंद आओगे। अगर तुसी जिस्मानी हो तो भुल जाओ। अगर तुसी चाहते हो कि खुदा नूं पसंद आओ, खुदा दी नजर दे विच तुहाडी कोई इज्जत, तुहाडी कोई वैल्यू होए ते तुहानूं रूहानी बन के जिंदगी गुजारनी पैनी है। क्यों? ਅਸੀਂ ਪਿਛਲੇ ਸੰਡੇ ਇੱਕ ਗੱਲ ਨੂੰ ਦੇਖਿਆ ਸੀ ਕਿ ਜਿਹੜਾ ਜਿਸਮਾਨੀਅਤ 'ਚ ਰਹਿ ਕੇ ਜ਼ਿੰਦਗੀ ਗੁਜ਼ਾਰਦਾ ਹੈ, ਜਿਹੜਾ ਬੰਦਾ ਜਿਸਮ 'ਚ ਜ਼ਿੰਦਗੀ ਗੁਜ਼ਾਰਦਾ ਏ, ਉਹ ਬੱਚਾ ਏ। ਤੇ ਬਾਪ ਹਮੇਸ਼ਾ ਤੋਂ ਇਹ ਚਾਹੁੰਦਾ ਏ ਕਿ ਹਰ ਇੱਕ ਜਿਹੜਾ ਉਹ ਵੱਡਾ ਹੋਏ। ਉਹ ਜੇ ਦੁੱਧ ਪੀਣ ਦੀ ਕੈਟਾਗਰੀ ਦੇ ਵਿੱਚ ਕਿ ਉਹ ਕੀ ਕਰੇ, ਉਹ ਇਸ ਲੈਵਲ ਤੇ ਆਏ ਕਿ ਉਹ ਸਖਤ ਗਜ਼ਾ ਖਾਏ। ਇਹਦੀ ਉਹ ਜਿਹੜਾ ਵੀ ਏ ਉਹਨੂੰ ਹਮੇਸ਼ਾ ਇਹ ਵੇਖਣਾ ਪਏਗਾ ਕਿ ਮੈਂ ਜ਼ਿੰਦਗੀ ਕਿਸ ਹਿਸਾਬ ਦੇ ਨਾਲ ਗੁਜ਼ਾਰ ਰਿਹਾ ਤੇ ਸਾਡਾ ਦੁਨੀਆ ਦੇ ਵਿੱਚ ਆਉਣ ਦਾ ਮਕਸਦ ਕੀ ਏ। ਉਹ ਇਹ ਕਿ ਅਸੀਂ ਬਾਪ ਦੀ ਮਰਜ਼ੀ ਦੇ ਤਹਿਤ ਜ਼ਿੰਦਗੀ ਗੁਜ਼ਾਰੀਏ, ਅਸੀਂ ਬਾਪ ਦੀ ਨਜ਼ਰ 'ਚ ਰਹਿ ਕੇ ਜ਼ਿੰਦਗੀ ਗੁਜ਼ਾਰੀਏ ਤੇ ਅਸੀਂ ਬਾਪ ਨੂੰ ਪਸੰਦ ਆਈਏ। ਅਗਰ ਅਸੀਂ ਉਹਨੂੰ ਪਸੰਦ ਨਾ ਆਏ, ਇਹਦਾ ਮਤਲਬ ਅਸੀਂ ਉਹਦੇ ਸਾਏ ਤੋਂ ਹਟ ਗਏ ਆ। ਉਹਦਾ ਸਾਇਆ ਸਾਡੇ ਉੱਤੇ ਨਹੀਂ ਹੈ, ਉਹਦਾ ਹੱਥ ਸਾਡੇ ਤੇ ਨਹੀਂ ਹੈ। ਹਾਲੇਲੂਇਆ। ਸਿਮਰਨਾ ਦੇਖੋ ਕਿ ਰੋਮੀਓ 8 ਬਾਬ ਉਹਦੀ 5 ਆਇਤ 'ਚ 8 ਬਾਬ ਦੀ 5 ਆਇਤ 'ਚ ਲਿਖਿਆ है कि क्योंकि जो जिस्मानी है वो जिस्मानी बातों के ख्याल में रहते हैं, लेकिन जो रूहानी है वो रूहानी बातों के ख्याल में रहते हैं। दो चीज़ां कि ਜਿਹੜੇ ਜਿਸਮਾਨੀ ਨੇ, ਜਿਹੜੇ ਜਿਸਮਾਨੀਅਤ 'ਚ ਜ਼ਿੰਦਗੀ ਗੁਜ਼ਾਰਦੇ ਨੇ, ਉਹਨਾਂ ਦੀ ਹਮੇਸ਼ਾ ਫਿਕਰ ਜਿਹੜੀ ਉਹ ਜਿਸਮਾਨੀ ਲਿਹਾਜ਼ ਦੇ ਨਾਲ ਹੋਏਗੀ। ਉਹ ਦੁਨੀਆਦਾਰੀ ਦੇ ਨਿਜ਼ਾਮ 'ਚ ਰੁੱਝੇ ਰਹਿਣਗੇ, ਉਹ ਦੁਨੀਆਦਾਰੀ ਦੀਆਂ ਫਿਕਰਾਂ 'ਚ ਰਹਿਣਗੇ। ਉਹ ਹਮੇਸ਼ਾ ਇਸ ਗੱਲ ਨੂੰ ਵੇਖਦੇ ਰਹਿਣਗੇ ਕਿ ਮੇਰੀਆਂ ਜ਼ਰੂਰਤਾਂ, ਮੇਰੇ ਮਾਮਲਾਤ, ਮੇਰੀ ਜ਼ਿੰਦਗੀ ਮੇਰੇ ਕੋਲ ਆ ਜਾਏ, ਮੈਂ ਬਣਾ ਲਵਾਂ, ਮੈਨੂੰ ਮਿਲ ਜਾਏ। ਉਹ ਇਸੇ ਚੱਕਰ 'ਚ ਰਹੇਗਾ ਤੇ ਜਿਹੜਾ ਇਸ ਚੱਕਰ 'ਚ ਰਹੇਗਾ ਉਹ ਕੀ ਹੈ, ਉਹ ਜਿਸਮਾਨੀ ਹੈ। ਉਹਦੀ ਕੈਟਾਗਰੀ ਜਿਸਮਾਨੀ ਹੈ। ਕਿਉਂ? ਕਿਉਂਕਿ ਬਾਈਬਲ 'ਚ ਲਿਖਿਆ ਹੈ ਕਿ ਜਿਹੜਾ ਜਿਸਮਾਨੀ ਹੈ ਉਹ ਜਿਸਮਾਨੀ ਚੀਜ਼ਾਂ ਦੀ ਖਾਸ਼ਾਂ ਦੇ ਵਿੱਚ ਰਵੇਗਾ। ਉਹਨੂੰ ਕੋਈ ਫਿਕਰ ਨਹੀਂ ਇਸ ਗੱਲ ਦੀ ਕਿ ਖੁਦਾ ਨੂੰ ਕੀ ਪਸੰਦ ਹੈ, ਖੁਦਾ ਮੇਰੇ ਤੋਂ ਰਾਜ਼ੀ ਹੈ ਜਾਂ ਨਹੀਂ, ਮੇਰਾ ਮਿਆਰ ਕੀ ਹੈ ਉਹਦੇ ਸਾਹਮਣੇ, ਮੈਂ ਉਹਨੂੰ ਠੀਕ ਲੱਗਾ ਵਾ ਜਾਂ ਨਹੀਂ, ਮੈਂ ਉਹਨੂੰ ਪਸੰਦ ਆਵਾਂਗਾ ਜਾਂ ਨਹੀਂ। ਉਹਨੂੰ ਕੋਈ ਪਰਵਾਹ ਨਹੀਂ ਹੈ। ਇੱਕ ਜਿਸਮਾਨੀ ਬੰਦੇ ਨੂੰ ਉਹ ਹਮੇਸ਼ਾ ਫਿਕਰਾਂ 'ਚ ਰਹੇਗਾ ਕਿ ਮੈਂ ਬਣਾ ਲਾਂ, ਮੈਂ ਕਮਾ ਲਾਂ, ਮੈਂ ਬਚਾ ਲਾਂ। ਹਮੇਸ਼ਾ ਜਿਸਮਾਨੀ ਜਿਹੜਾ ਹੈ ਉਹ ਜਿਸਮ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ। ਉਹ ਅੱਖਾਂ ਨੂੰ ਜੋ ਲੁਭਾਉਂਦਾ ਹੈ, ਅੱਖਾਂ ਨੂੰ ਜੋ ਬਿਹਤਰ ਲੱਗਦਾ ਹੈ, ਅੱਖਾਂ ਨੂੰ ਜੋ ਠੀਕ ਲੱਗਦਾ ਹੈ, ਉਹ ਹਮੇਸ਼ਾ ਉਹਦੀ ਚਾਹਤ ਦੇ ਵਿੱਚ ਰਹੇਗਾ ਕਿ ਇਹ ਬਣਾ ਲਵਾਂ, ਇਹ ਕਰ ਲਵਾਂ, ਇਹ ਹਾਸਲ ਕਰ ਲਵਾਂ, ਇਹ ਮੈਨੂੰ ਮਿਲ ਜਾਏ, ਇਹ ਮੈਂ ਲੈ ਲਵਾਂ। ਉਹ ਹਮੇਸ਼ਾ ਇਸ ਚਾਹਤ ਦੇ ਵਿੱਚ ਰਹੇਗਾ। ਇਹ ਕੌਣ ਹੈ? ਇਹ ਜਿਸਮਾਨੀ ਨੀਅਤ ਹੈ। ਇਹ ਜਿਸਮਾਨੀ ਬੰਦਾ ਹੈ ਜਿਹੜਾ ਹਮੇਸ਼ਾ ਜਿਸਮ ਦੀਆਂ ਚਾਹਤਾਂ ਨੂੰ ਪੂਰਾ ਕਰਨਾ ਜਾਣਦਾ ਹੈ, ਜਿਹੜਾ ਆਪਣੀ ਮਰਜ਼ੀ ਨੂੰ ਪੂਰਾ ਕਰਨਾ ਚਾਹੁੰਦਾ। ਇਹ ਕੌਣ ਹੈ? ਇਹ ਜਿਸਮਾਨੀ ਹੈ। ਇਹਦੇ ਬਰਕਸ ਇੱਕ शख्सियत केड़ी है, क्योंकि जो जिस्मानी हैं वो जिस्मानी बातों के ख्याल में रहते हैं, लेकिन जो रूहानी हैं वो रूहानी बातों के ख्याल में रहते हैं। जो रूहानी हैं
वो रूहानी, ਇਹ ਦੋ ਕੈਟਾਗਰੀਆਂ ਆਈਆਂ। ਮੈਂ ਦੱਸਿਆ ਦੋ ਕੈਟਾਗਰੀਆਂ ਆਈ, ਜਾਂ ਜਿਸਮਾਨੀ ਤੇ ਜਾਂ ਰੂਹਾਨੀ। ਜਿਹੜਾ ਰੂਹਾਨੀ ਹੈ ਉਹ ਰੂਹਾਨੀ ਚੀਜ਼ਾਂ ਦੀ ਫਿਕਰ ਚ ਰਹੇਗਾ, ਤੇ ਜਿਹੜਾ ਜਿਸਮਾਨੀ ਹੈ ਉਹ ਹਮੇਸ਼ਾ ਫਿਕਰ ਕਰੇਗਾ ਜਿਸਮਾਨੀਅਤ ਦੇ ਵਿੱਚ ਚੀਜ਼ਾਂ ਨੂੰ ਹਾਸਲ ਕਰਨ ਦੀ ਹਮੇਸ਼ਾ ਫਿਕਰ ਕਰੇਗਾ ਉਹ। ਤੇ ਜਿਹੜਾ ਰੂਹਾਨੀ ਹੈ ਉਹ ਬਾਪ ਦੀ ਮਰਜ਼ੀ ਨੂੰ ਜਾਣਨ ਦੀ ਕੋਸ਼ਿਸ਼ ਕਰੇਗਾ। ਬਾਪ ਰੂਹ ਹੈ, ਯਿਸੂ ਮਸੀਹ ਦੁਨੀਆ ਦੇ ਵਿੱਚ ਆਇਆ, ਉਹ ਵੀ ਰੂਹ ਬਣ ਕੇ ਆਇਆ। ਕਿਉਂ? ਉਹਨੇ ਹਮੇਸ਼ਾ ਬਾਪ ਦੀ ਮਰਜ਼ੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਉਹ ਹਮੇਸ਼ਾ ਇਸ ਚਾਹਤ ਦੇ ਵਿੱਚ ਰਿਹਾ ਕਿ ਬਾਪ ਰਾਜ਼ੀ ਹੋਏ, ਬਾਪ ਖੁਸ਼ ਹੋਏ, ਮੇਰੀ ਨਹੀਂ ਬਾਪ ਦੀ ਮਰਜ਼ੀ ਪੂਰੀ ਹੋਏ। ਉਹਨੇ ਆ ਕੇ ਹਮੇਸ਼ਾ ਇਹ ਗੱਲ ਨੂੰ ਕੀਤਾ ਕਿ ਬਾਪ ਮੇਰੇ ਤੋਂ ਖੁਸ਼ ਹੋਏ, ਰਾਜ਼ੀ ਹੋਏ। ਕਿਉਂ? ਕਿਉਂਕਿ ਉਹ ਰੂਹਾਨੀ ਸੀ। ਇਬਤਦਾਈ ਕਲੀਸਿਆ, ਰਸੂਲਾਂ ਨੇ ਜਦੋਂ ਕਲੀਸਿਆਈ ਨਿਜ਼ਾਮ ਸ਼ੁਰੂ ਕੀਤਾ, ਪ੍ਰੀਚ ਕਰਨਾ ਸ਼ੁਰੂ ਕੀਤਾ, ਤੇ ਉਹਨਾਂ ਨੇ ਹਰ ਇੱਕ ਚੀਜ਼ ਨੂੰ ਉਹਦੇ ਮਿਆਰ ਤੇ ਲਿਆ ਕੇ ਵੇਖਿਆ, ਤੇ ਹਮੇਸ਼ਾ ਯਿਸੂ ਮਸੀਹ ਦੱਸਿਆ ਲੋਕਾਂ ਨੂੰ, ਯਿਸੂ ਮਸੀਹ ਜੀਣਾ ਸਿਖਾਇਆ ਲੋਕਾਂ ਨੂੰ ਕਿ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰਨੀ ਹੈ, ਕੀ ਕਰੋਗੇ, ਕਿਸ ਤਰ੍ਹਾਂ ਮਸੀਹ ਨੂੰ ਪਸੰਦ ਆਓਗੇ, ਕਿਸ ਤਰ੍ਹਾਂ ਬਾਪ ਦੇ ਲਾਇਕ ਬਣੋਗੇ, ਕਿਸ ਤਰ੍ਹਾਂ ਬਾਦਸ਼ਾਹੀ 'ਚ ਵਾਪਸ ਜਾਓਗੇ। ਉਹਨਾਂ ਹਮੇਸ਼ਾ ਇਹ ਪ੍ਰੀਚ ਕੀਤਾ ਹੈ, ਉਹਨਾਂ ਹਮੇਸ਼ਾ ਇਹ ਦੱਸਿਆ। ਉਹਨਾਂ ਕਦੀ ਤਾਲੀਮ ਨਹੀਂ ਦਿੱਤੀ ਤੁਸੀਂ ਬਣਾ ਲੋਗੇ, ਤੁਸੀਂ ਕਮਾ ਲੋਗੇ, ਤੁਸੀਂ ਬਣ ਜਾਓਗੇ। ਉਹਨਾਂ ਦੇ ਕੋਈ ਸਰੋਕਾਰ ਨਹੀਂ ਸੀ ਇਹਨਾਂ ਚੀਜ਼ਾਂ ਨਾਲ। ਉਹਨਾਂ ਦਾ ਇੱਕੋ ਮਕਸਦ ਸੀ ਕਿ ਬਾਪ ਦੀ ਮਰਜ਼ੀ ਨੂੰ ਪੂਰਾ ਕਰਨਾ ਹੈ। ਇਸੋ ਅਸੀਂ ਅੱਜ ਆਪਣੀ ਜ਼ਿੰਦਗੀਆਂ ਤੇ ਗੌਰ ਕਰਨਾ ਹੈ ਤੇ ਵੇਖਣਾ ਹੈ ਮੈਂ ਕਿਹੜੀ ਕੈਟਾਗਰੀ 'ਚ ਵਾਂ। ਮੈਂ ਜ਼ਿੰਦਗੀ ਗੁਜ਼ਾਰ ਰਿਹਾ, ਮੇਰਾ ਜ਼ਿੰਦਗੀ ਗੁਜ਼ਾਰਨਾ ਕਿਹੜੀ ਕੈਟਾਗਰੀ ਦੇ ਵਿੱਚ ਵੇ। ਮੈਂ ਜਿਸਮਾਨੀ ਹਾਂ ਜਾਂ ਮੈਂ ਰੂਹਾਨੀ ਹਾਂ? ਤੇ ਅਗਰ ਮੈਂ ਜਿਸਮਾਨੀ ਵਾਂ, ਮੈਂ ਖਸਾਰੇ 'ਚ ਵਾਂ, ਮੈਂ ਨੁਕਸਾਨ ਉਠਾਵਾਂਗਾ ਜ਼ਿੰਦਗੀ। ਕਿਉਂ? ਕਿਉਂਕਿ ਸਾਡਾ ਇਨਸਾਫ ਹੈ, ਜਿਹੜਾ ਸਾਡੀ ਅਦਾਲਤ ਜਿਹੜੀ ਉਹ ਰੂਹਾਨੀ ਹੈ। ਹਰ ਇੱਕ ਚੀਜ਼ ਰੂਹਾਨੀ ਹੈ, ਤੇ ਮੈਨੂੰ ਜ਼ਿੰਦਗੀ ਵੀ ਰੂਹਾਨੀ ਗੁਜ਼ਾਰਨੀ ਪੈਣੀ ਹੈ। ਅਗਰ ਮੈਂ ਨਾ ਗੁਜ਼ਾਰੀ, ਹਲਾਕ ਹੋਵਾਂਗਾ। ਮੈਂ ਭਾਵੇਂ ਜੋ ਮਰਜ਼ੀ ਰੱਖ ਲਿਆ, ਕਮਾ ਲਿਆ, ਬਣਾ ਲਿਆ, ਕੋਈ ਸਰੋਕਾਰ ਨਹੀਂ ਹੈ ਖੁਦਾ ਨੂੰ ਇਹਨਾਂ ਚੀਜ਼ਾਂ ਦੀ। ਜਿਹੜਾ ਜਿਸਮਾਨੀ ਹੈ ਉਹ ਜਿਸਮਾਨੀ ਚੀਜ਼ਾਂ ਦੀ ਚਾਹਤ 'ਚ ਰਹੇਗਾ, ਖਾਹਸ਼ 'ਚ ਰਹੇਗਾ, ਪਰ ਜਿਹੜਾ ਰੂਹਾਨੀ ਹੈ ਉਹ ਫਿਕਰ ਕਰੇਗਾ रूहानी चीज़ां दी। छठी आयत, और जिस्मानी नियत मौत है, हालेलुया, मगर रूहानी नियत जिंदगी और इत्मीनान है। जिस्मानी नीयत जिहड़ी ओ मौत है, जिस्मानी नीयत मौत है, पर जिहड़ी रूहानी नीयत है, जिहड़ा रूहानी चाल चलन है, ओ इत्मीनान है, ओ जिंदगी है। हुण जिहड़ी चीज जिस्मानी है वो कदी बाप नूं पसंद नहीं आ सकती, क्योंकि बाप नूं इस गल दा पता है कि फना होनी है, ये तबाह होनी है, ये मेरे बेटे बेटियां वास्ते ठीक नहीं है। वो हमेशा जबरदस्त चीज रखेगा अपनी औलाद वास्ते, अपने बच्चों वास्ते। ते ओ की है? ओ रूहानियत है, ओ इत्मीनान है, ओ जिंदगी है, ओ चीज़ां ने जिहड़ियां उन्हें देड़ियां ने। वो हमेशा फिक्र इस गल दी करेगा कि मेरे बेटे बेटियां जिहड़े ने वो मेरे मुताबिक चलन, वो दुनियावी फिक्रां ते सोचां दे विच ना रहन, बल्कि वो बाप दी मर्जी दे तहत चलन। हमेशा वो हमेशा ये कोशिश करेगा। क्यों? क्योंकि उन्हें पता है कि जिस्मानी नीयत जिहड़ी वो मौत है, ते वो कदी भी नहीं चाहेगा तुसीं जिस्मानी जिंदगी दे विच बैठ के रूहानी नूं छड्ड दो, तुसीं दुनियावी बन के रह जाओ, जिस्मानियत दे विच धक्के खा के जिंदगी गुजार के चले जाओ, कदी नहीं जाएगा। 7वीं आयत, इसलिए कि जिस्मानी नीयत खुदा की दुश्मनी है, क्योंकि ना तो खुदा की शरीयत के ताबे है, ना हो सकती है, और जो जिस्मानी है वो खुदा को खुश नहीं कर सकते। सर साडा म्यारे जिंदगी की है, साडा म्यारे जिंदगी की है कि असी दुनिया दे विच आए आ, असी बाप नूं राजी करिए, असी खुदा दी मर्जी नूं पूरा करिए, असी उहदे तहत चलिए, असी उहनूं खुश कर लईए। ते जेड़ा बंदा जिस्मानी है, जेड़ा जिस्म दे तहत चलदा है, जेड़ा जिस्मानी है, वो याद रखे कि वो कदी भी बाप नूं पसंद नहीं आ सकदा। दुनियादारी च रह के वो लोगां वास्ते बड़ा अच्छा हो सकदा है, दुनियादारी च रह के लोग उहनूं पसंद कर सकदे ने, पर वो बाप नूं पसंद नहीं आएगा अगर वो जिस्मानी चाहतां दे विच है। अगर वो जिस्मानीयत दे विच रह के जिंदगी गुजारदा है, वो कदी बाप नूं पसंद नहीं आएगा। इस तो कदी भी ओ शख्सियत जिहड़ी जिंदगी गुजारे दुनियादारी दे निजाम दे विच रह के आके अपने तौर तरीकियां दे नाल, अपने हिसाब दे नाल, दुनियादारी दे निजाम दे नाल, फड़ लो दे निजाम दे विच रह के जिहड़ा जिंदगी गुजारे,
ਉਹ ਕਦੀ ਵੀ ਬਾਪ ਨੂੰ ਪਸੰਦ ਨਹੀਂ ਆ ਸਕਦਾ। ਮੈਂ ਨਹੀਂ ਕਹਿ ਰਿਹਾ, ਬਾਈਬਲ ਕਹਿ ਰਹੀ ਏ ਕਿ ਕਦੀ ਵੀ ਜਿਸਮਾਨੀ ਬੰਦਾ ਹੈ ਜਿਹੜਾ ਉਹ ਬਾਪ ਨੂੰ ਖੁਸ਼ ਨਹੀਂ ਕਰ ਸਕਦਾ। ਤੇ ਸਾਡਾ ਸਭ ਤੋਂ ਵੱਡਾ ਮਕਸਦ ਕੀ ਹੈ ਦੁਨੀਆ ਦੇ ਵਿੱਚ ਆਉਣ ਦਾ? ਦੁਨੀਆ ਨੂੰ ਰਾਜ਼ੀ ਕਰਨਾ ਨਹੀਂ, ਲੋਕਾਂ ਨੂੰ ਰਾਜ਼ੀ ਕਰਨਾ ਨਹੀਂ, ਕਿਸੇ ਨੂੰ ਖੁਸ਼ ਕਰਨਾ ਨਹੀਂ, ਬਲਕਿ ਬਾਪ ਨੂੰ ਖੁਸ਼ ਕਰਨਾ। ਤੇ ਅਗਰ ਮੈਂ ਜਿਸਮਾਨੀ ਵਾਂ ਤੇ ਮੈਂ ਇਸ ਗੱਲ ਨੂੰ ਆਪਣੇ ਜ਼ਿਹਨ 'ਚ ਰੱਖਾਂ ਕਿ ਮੈਂ ਕਦੀ ਵੀ ਬਾਪ ਨੂੰ ਖੁਸ਼ ਨਹੀਂ ਕਰ ਸਕਾਂਗਾ। ਮੈਨੂੰ ਕੀ ਕਰਨਾ ਪਏਗਾ? ਮੈਨੂੰ ਰੂਹਾਨੀ ਬਣਨਾ ਪਏਗਾ। ਕਿਉਂ? ਕਿਉਂਕਿ ਫਿਰ ਉਹੀ ਗੱਲ, ਬਾਪ ਰੂਹ ਏ। ਬਾਈਬਲ 'ਚ ਲਿਖਿਆ ਕਿ ਬਾਪ ਰੂਹ ਏ, ਖੁਦਾ ਰੂਹ ਏ। ਤੇ ਜੇ ਉਹ ਰੂਹ ਏ, ਉਹ ਹਮੇਸ਼ਾ ਇਹ ਚਾਹੇਗਾ ਕਿ ਉਹਦੇ ਲੋਕ ਨੇ ਜਿਹੜੇ, ਉਹਦੇ ਪੈਰੋਕਾਰ ਨੇ ਜਿਹੜੇ, ਉਹ ਰੂਹਾਨੀ ਬਣ ਕੇ ਚੱਲਣ, ਉਹ ਰੂਹਾਨੀ ਤੌਰ ਤਰੀਕਿਆਂ ਦੇ ਤਹਿਤ ਚੱਲਣ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਅਵਲ ਦਰਜਾ ਜਿਹੜਾ ਉਹ ਬਾਪ ਦਾ ਹੋਏ, ਉਹ ਕਲਾਮ ਦਾ, ਉਹ ਖੁਦਾ ਦਾ ਹੋਏ। ਬਾਕੀ ਸਾਰੀਆਂ ਚੀਜ਼ਾਂ ਸਾਈਡ ਤੇ ਨੇ, ਸਭ ਪਿੱਛੇ ਨੇ, ਪਰ ਖੁਦਾ ਦਾ ਰੁਤਬਾ ਹੈ ਜਿਹੜਾ ਉਹ ਸਭ ਤੋਂ ਉੱਚਾ ਹੋਏ। ਇਹ ਰੂਹਾਨੀਅਤ ਹੈ। ਰੂਹਾਨੀਅਤ ਇਹ ਨਹੀਂ ਹੈ ਕਿ ਅਸੀਂ ਦੁਨੀਆਦਾਰੀ ਦੇ ਨਿਜ਼ਾਮ 'ਚ ਰਹਿ ਕੇ ਜਿਸ ਤਰ੍ਹਾਂ ਲੋਕ ਜ਼ਿੰਦਗੀ ਗੁਜ਼ਾਰਦੇ ਨੇ ਅਸੀਂ ਉਸ ਤਰ੍ਹਾਂ ਜ਼ਿੰਦਗੀ ਗੁਜ਼ਾਰੀਏ। ਰੂਹਾਨੀ ਜ਼ਿੰਦਗੀ ਗੁਜ਼ਾਰਨ ਦਾ ਮਤਲਬ ਇਹ ਵੇ ਅਸੀਂ ਬਾਪ ਦੇ ਤਹਿਤ ਜ਼ਿੰਦਗੀ ਗੁਜ਼ਾਰੀਏ, ਅਸੀਂ ਕਲਾਮ ਨੂੰ ਅਵਲ ਦਰਜਾ ਦੇ ਕੇ ਜ਼ਿੰਦਗੀ ਗੁਜ਼ਾਰੀਏ। ਸਾਡੀ ਜ਼ਿੰਦਗੀ ਦੇ ਵਿੱਚ ਕਲਾਮ ਦੀ ਜਿਹੜੀ ਵੈਲਿਊ ਹੈ, ਉਹਦਾ ਟਾਈਮ ਜਿਹੜਾ ਉਹਨੂੰ ਦੇਣਾ ਹੈ, ਉਹ ਸਾਨੂੰ ਪਤਾ ਹੋਏ ਇਹ ਉਹਦਾ ਟਾਈਮ ਹੈ। ਅਸੀਂ ਉਹਨੂੰ ਟਾਈਮ ਦੇਣ ਵਾਲੇ ਬਣेंगे, ਅਸੀਂ ਉਹਦੇ ਰਾਹਾਂ ਤੇ ਚੱਲਣ ਵਾਲੇ ਬਣेंगे, ਅਸੀਂ ਉਹਦੇ ਨਾਂ ਨੂੰ ਉੱਚਾ ਕਰਨ। ਸਾਡੀ ਜ਼ਿੰਦਗੀ ਦੇ ਵਿੱਚ ਚਾਹਤ ਇਹ ਹੋਏ ਕਿ ਕਿਸੇ ਨਾ ਕਿਸੇ ਤਰੀਕੇ ਬਾਪ ਦੀ ਮਰਜ਼ੀ ਨੂੰ ਪੂਰਾ ਕੀਤਾ ਜਾਏ। ਹਮੇਸ਼ਾ ਚਾਹਤ ਇਹ ਹੋਏ। ਇਸ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਹਮੇਸ਼ਾ ਇਸ ਗੱਲ ਨੂੰ ਆਪਣੀ ਜ਼ਿੰਦਗੀ 'ਚ ਯਾਦ ਰੱਖੀਏ ਕਿ ਬਾਪ ਦੀ ਮਰਜ਼ੀ ਸਾਡੀ ਜ਼ਿੰਦਗੀਆਂ 'ਚ ਪੂਰੀ ਹੋਏ, ਬਾਪ ਰਾਜ਼ੀ ਹੋਏ। ਦੁਨੀਆਦਾਰੀ ਨੂੰ ਰਾਜ਼ੀ ਕਰਨ ਵਾਲਾ ਬੰਦਾ ਜਿਸਮਾਨੀ ਹੈ, ਦੁਨੀਆ ਨੂੰ ਖੁਸ਼ ਕਰਨ ਵਾਲਾ ਬੰਦਾ ਜਿਸਮਾਨੀ ਹੈ। ਅਕੋਰਡਿੰਗ ਟੂ ਬਾਈਬਲ, ਬਾਈਬਲ ਦੇ ਮੁਤਾਬਕ ਉਹ ਬੰਦਾ ਜਿਸਮਾਨੀ ਹੈ ਜਿਹੜਾ ਦੁਨੀਆਦਾਰੀ ਦੇ ਚਾਲ ਚਲਣ ਦੇ ਮੁਤਾਬਕ ਚੱਲੇ। ਜਿਸ ਤਰ੍ਹਾਂ ਉਹ ਕਰ ਰਹੇ ਨੇ ਉਸ ਤਰ੍ਹਾਂ ਕਰਨ। ਦੁਨੀਆਦਾਰੀ ਦੇ ਰਸਮੋ ਰਿਵਾਜ, ਦੁਨੀਆਦਾਰੀ ਦੇ ਤਰੀਕੇਕਾਰ, ਦੁਨੀਆ ਦੇ ਵਿੱਚ ਜੋ ਕੁਝ ਕਰਦੇ ਲੋਕਾਂ ਨੂੰ ਵੇਖਿਆ ਆਪਾਂ ਵੀ ਉਂਝ ਕੀਤਾ, ਜੋ ਉਹਨਾਂ ਨੇ ਕੀਤਾ ਅਸੀਂ ਵੀ ਉਂਝ ਕੀਤਾ। ਹਰ ਇੱਕ ਰਸਮ ਨੂੰ, ਹਰ ਇੱਕ ਚੀਜ਼ ਨੂੰ, ਹਰ ਇੱਕ ਤਰੀਕੇਕਾਰ ਨੂੰ ਜਿੰਜ ਦੁਨੀਆ ਨੇ ਕੀਤਾ ਅਸੀਂ ਉਂਝ ਕੀਤਾ। ਤੇ ਅਸੀਂ ਜਿਸਮਾਨੀ ਆ। ਤੇ ਜੇ ਅਸੀਂ ਉਹ ਵਾਹ ਤੇ ਅਸੀਂ ਕਦੀ ਵੀ ਬਾਪ ਨੂੰ ਪਸੰਦ ਨਹੀਂ ਆਵਾਂਗੇ। ਸਾਨੂੰ ਬਾਪ ਨੂੰ ਪਸੰਦ ਆਉਣ ਵਾਸਤੇ ਅਲੱਗ ਰਸਤਾ ਲੈਣਾ ਪਏਗਾ, ਸਾਨੂੰ ਅਲੱਗ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਨੀ ਪਏਗੀ। ਸਾਨੂੰ ਦੁਨੀਆਦਾਰੀ ਦੇ ਨਿਜ਼ਾਮ ਤੋਂ ਹਟ ਕੇ ਜ਼ਿੰਦਗੀ ਗੁਜ਼ਾਰਨੀ ਪਏਗੀ। ਸਾਨੂੰ ਦੁਨੀਆਦਾਰੀ ਦੇ ਤਰੀਕੇਕਾਰਾਂ ਤੋਂ ਨਿਕਲ ਕੇ ਜ਼ਿੰਦਗੀ ਗੁਜ਼ਾਰਨੀ ਪਏਗੀ ਤੇ ਦੁਨੀਆ ਤੋਂ ਹਟ ਕੇ। ਕਿਉਂ? ਕਿਉਂਕਿ ਕਲਾਮ 'ਚ ਲਿਖੀ ਚਾਹੇ ਕਿ ਦੁਨੀਆ ਦੇ ਹਮਸ਼ਕਲ ਨਾ ਬਣੋ। ਪਰ ਇੱਥੇ ਪ੍ਰੋਬਲਮ ਇਹ ਕਿ ਅਸੀਂ ਹਮੇਸ਼ਾ ਇਸ ਗੱਲ ਨੂੰ ਸੁਣਿਆ ਵੀ ਹੈ ਤੇ ਕਿਹਾ ਵੀ ਹੈ ਕਈਆਂ ਨੇ ਕਿ ਦੁਨੀਆ ਪਾਗਲ ਹੈ ਜਿਹੜੀ ਸਾਰੀ ਕਰਦੀ ਪਈ ਹੈ ਇੰਜ, ਉਹ ਵੀ ਤੇ ਸਾਰੇ ਇੰਜ ਕਰਦੇ ਪਏ ਨੇ। ਦੁਨੀਆਦਾਰੀ ਦਾ ਨਿਜ਼ਾਮ ਇੰਜ ਹੈ, ਹਰ ਇੱਕ ਇਸੇ ਤਰ੍ਹਾਂ ਤੇ ਕਰਦਾ ਪਿਆ ਤੇ ਅਸੀਂ ਕਿਉਂ ਨਾ ਕਰੀਏ? ਇਹ ਰੂਹਾਨੀਅਤ ਨਹੀਂ ਹੈ ਮੇਰੇ ਅਜ਼ੀਜ਼ੋ। ਇਹ ਰੂਹਾਨੀ ਜ਼ਿੰਦਗੀ ਨਹੀਂ ਹੈ ਕਿ ਅਸੀਂ ਦੁਨੀਆਦਾਰੀ ਨੂੰ ਵੇਖ ਕੇ ਚੱਲੀਏ। ਰੂਹਾਨੀ ਜ਼ਿੰਦਗੀ ਦਾ ਮਤਲਬ ਇਹ ਵੇ ਅਸੀਂ ਕਲਾਮ ਨੂੰ ਵੇਖੀਏ ਕਿ ਕਲਾਮ ਦੇ ਵਿੱਚ ਕੀ ਲਹੀ ਚਾਹੇ। ਅਗਰ ਇਹ ਲਹੀ ਚਾਹੇ ਤੇ ਮੈਂ ਕਰਾਂਗਾ, ਅਗਰ ਨਹੀਂ ਹੈ ਤੇ ਮੈਂ ਨਹੀਂ ਕਰਨਾ। ਲੋਕ ਕਰਦੇ ਨੇ ਤੇ ਕਰਨ। ਇਹ ਰੂਹਾਨੀਅਤ ਹੈ। ਇਹ ਰੂਹਾਨੀਅਤ ਹੈ ਕਿ ਮੈਂ ਆਪਣੇ ਚਾਲ ਚਲਨ ਤੇ ਧਿਆਨ ਕਰਾਂ, ਮੈਂ ਵੇਖਾਂ ਕਿ ਮੇਰੀ ਜ਼ਿੰਦਗੀ 'ਚ ਗਲਤੀ ਕਿੱਥੇ ਵੇ, ਮੈਂ ਕਿਸ ਤਰ੍ਹਾਂ ਬਾਪ ਨੂੰ ਪਸੰਦ ਆਵਾਂਗਾ। ਤੇ ਮੇਰੀ ਹਮੇਸ਼ਾ ਚਾਹਤ ਇਹ ਹੋਏ ਕਿ ਮੈਂ ਕੋਈ ਕੰਮ ਐਸਾ ਨਾ ਕਰਾਂ ਜਿਹੜਾ ਉਹਨੂੰ ਪਸੰਦ ਨਾ ਆਏ, ਬਲਕਿ ਮੇਰੀ ਜਦੋਜਹਿਦ ਇਹ ਹੋਏ ਕਿ ਮੈਂ ਉਹਨੂੰ ਪਸੰਦ ਆ ਜਾਵਾਂ। ਮੇਰੇ ਘਰਾਣੇ ਤੋਂ ਮੈਂ ਉਹਦੇ ਨਾਂ ਨੂੰ ਉੱਚਾ ਕਰਾਂ, ਮੈਂ ਆਪਣੀ ਜ਼ਿੰਦਗੀ ਤੋਂ ਉਹਦੇ ਨਾਂ ਨੂੰ ਉੱਚਾ ਕਰਾਂ, ਮੈਂ ਹਰ ਇੱਕ ਕੰਮ ਤੋਂ ਉਹਦੇ ਨਾਂ ਨੂੰ ਉੱਚਾ ਕਰਾਂ। ਮੇਰੀ ਜ਼ਿੰਦਗੀ 'ਚ ਅਵਲ ਦਰਜਾ ਉਹਦਾ ਹੋਏ, ਬਾਕੀ ਫੈਮਿਲੀ, ਬੀਵੀ, ਬੱਚੇ, ਮਾਂ ਪਿਓ ਇਹ ਸਾਰੇ ਬਾਅਦ 'ਚ, ਹਰ ਇੱਕ ਚੀਜ਼ ਬਾਅਦ 'ਚ। ਪਹਿਲੇ ਉਹਦੇ ਕੰਮ। ਉਹ ਸਰ ਕੋਈ ਨਹੀਂ ਤੁਹਾਡੇ ਨਾਲ ਜਾਣਾ। ਜਦੋਂ ਆਇਆ ਨਹੀਂ ਹੈ ਤੇ ਜਾਣਾ ਨਹੀਂ ਹੈ ਤੇ ਅਸੀਂ ਕਿਹੜੀਆਂ ਯਾਰੀਆਂ ਪਾ ਕੇ ਬਹਿ ਗਏ ਕਿ ਨਹੀਂ ਜੀ ਇਹਦੇ ਤੋਂ ਬਗੈਰ ਤੇ ਹੋਣਾ ਹੀ ਨਹੀਂ ਹੈ। ਇਸ ਤੋਂ ਜਿੱਥੇ ਬਾਪ ਦੀ ਮਰਜ਼ੀ ਆਏ ਉੱਥੇ ਭੁੱਲ ਜਾਓ ਸਾਰਾ ਕੁਝ। ਇਹ ਹਕੀਕਤ ਹੈ। ਨਹੀਂ ਤੇ ਮੈਨੂੰ ਦੱਸ ਦਿਓ ਇਹ ਕਿੰਜ ਹੈ। ਜਿਹੜਾ ਜਿਸਮਾਨੀ ਹੈ, ਜਿਹੜਾ ਜਿਸਮਾਨੀ ਤਰੀਕੇਕਾਰ ਦੇ ਨਾਲ ਚੱਲੇਗਾ ਉਹ ਬਾਪ ਨੂੰ ਪਸੰਦ ਨਹੀਂ ਆਣਾ। ਹੁਣ ਬਾਪ ਨੂੰ ਪਸੰਦ ਆਉਣ ਵਾਸਤੇ ਤੁਹਾਨੂੰ ਰੂਹਾਨੀ ਬਣਨਾ ਪੈਣਾ। ਤੇ ਰੂਹਾਨੀ ਉਹ ਜਿਹੜਾ ਕਹਿੰਦਾ ਮੇਰੀ ਮਾਂ ਤੇ ਮੇਰੇ ਭੈਣ ਭਰਾ ਉਹ ਜਿਹੜੇ ਕਲਾਮ ਨੂੰ ਸੁਣਦੇ ਤੇ ਅਮਲ ਕਰਦੇ ਨੇ। ਹੁਣ ਮੈਨੂੰ ਦੱਸੋ ਇਹਦੇ ਨਾਲ ਵੱਡਾ ਰੂਹਾਨੀ ਕੌਣ ਹੈ? ਉਹ ਰੂਹਾਨੀ ਇਸ ਤੋਂ ਸੀ ਕਿਉਂਕਿ ਉਹਨੇ ਹਰ ਇੱਕ ਕੰਮ 'ਚ ਬਾਪ ਨੂੰ ਅਵਲ ਦਰਜਾ ਦਿੱਤਾ ਹੈ। ਉਹ ਰੂਹਾਨੀ ਇਸ ਤੋਂ ਸੀ ਕਿਉਂਕਿ ਉਹਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਉੱਤਮ ਲੈਵਲ ਦੀ ਜਿਹਦੀ ਗੱਲ ਹੁੰਦੀ ਸੀ ਉਹ ਹੈ ਹੀ ਖੁਦਾ ਸੀ।
ਤੇ ਜੇ ਉਹ ਆ ਕੇ ਬਾਪ ਦੀ ਮਰਜ਼ੀ ਨੂੰ ਪੂਰਾ ਕਰਕੇ ਜਾਏ ਤੇ ਸਰ ਉਹ ਸਾਡੇ ਵਾਸਤੇ ਰੋਲ ਮਾਡਲ ਬਣ ਕੇ ਗਿਆ ਹੈ ਨਾ, ਉਹ ਸਾਨੂੰ ਦੱਸ ਕੇ ਗਿਆ ਹੈ। ਤੇ ਫਿਰ ਕਲਾਮ ਚ ਲਿਖਿਆ ਕਿ ਆਪਣਾ ਮਜ਼ਾਜ ਉਹੋ ਜਿਹਾ ਰੱਖੋ ਜਿਹੋ ਜਿਹਾ ਉਹਦਾ, ਤੇ ਜੇ ਮਜ਼ਾਜ ਉਹਦੇ ਵਰਗਾ ਕਰਾਂਗੇ ਤੇ ਉਹਨੂੰ ਪਸੰਦ ਆਵਾਂਗੇ ਨਾ, ਤੇ ਜੇ ਉਹ ਕੀਤਾ ਨਾ ਤੇ ਫਿਰ ਅਸੀਂ ਜਿਸਮਾਨੀ। ਇਸ ਚੀਜ਼ ਨੂੰ ਆਸਾਨ ਨਾ ਲਈਏ। ਰੂਹਾਨੀ ਜਿਸਮਾਨੀ ਇਹ ਦੋ ਕੈਟੇਗਰੀਆਂ ਹੈ। ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਮੈਂ ਆਪਣੀ ਜ਼ਿੰਦਗੀ ਤੇ ਗੌਰ ਕਰਾਂ ਕਿ ਮੈਂ ਕਿਹੜੀ ਕੈਟੇਗਰੀ ਚ ਵਾਂ, ਮੈਂ ਬਾਪ ਨੂੰ ਪਸੰਦ ਵਾ ਜਾਂ ਨਹੀਂ, ਮੈਂ ਉਹਨੂੰ ਰਾਜ਼ੀ ਕਰ ਰਿਹਾ ਵਾ ਜਾਂ ਨਹੀਂ। ਮੈਂ ਜਿੰਨੇ ਜੋਗਾ ਹੈ ਵਾ, ਸਿਰਫ ਇਸੇ ਗੱਲ ਤੇ ਨਾ ਰਹੀਓ ਕਿ ਜਿੰਨੇ ਜੋਗਾ ਹੈ ਵਾ ਮੈਂ ਉਦੋਂ ਵੱਧ ਕੇ ਕੁਝ ਕਰਾਂ। ਬਾਪ ਨੂੰ ਰਾਜ਼ੀ ਕਰਨ ਵਾਸਤੇ, ਉਹਦੀ ਮਰਜ਼ੀ ਨੂੰ ਉੱਤਮ ਰੱਖਣ ਵਾਸਤੇ, ਉਹਨੂੰ ਸਭ ਤੋਂ ਉੱਚਾ ਰੱਖਣ ਵਾਸਤੇ ਮੈਂ ਆਪਣੀਆਂ ਮਰਜ਼ੀਆਂ ਨਹੀਂ ਕਰ ਸਕਦਾ। ਕਿ ਮੈਂ ਕਹਾਂ ਕਿ ਮੈਨੂੰ ਅੱਛਾ ਨਹੀਂ ਲੱਗਦਾ ਕਿ ਮੈਂ ਨਾ ਸਬਰ ਕਰਾਂ, ਮੈਨੂੰ ਅੱਛਾ ਨਹੀਂ ਲੱਗਦਾ ਕਿ ਮੈਂ ਬਸ ਉਹਦੇ ਕੰਮਾਂ ਪਿੱਛੇ ਲੱਗਾ ਰਵਾਂ, ਪਰ ਮੈਨੂੰ ਪਤਾ ਏ ਮੇਰੀ ਖੁਸ਼ੀ ਇਸ ਚੀਜ਼ ਦੇ ਵਿੱਚ ਏ। ਮੈਂ ਆਪਣੇ ਆਪ ਨੂੰ ਇਸ ਚੀਜ਼ ਦੀ ਆਦਤ ਪਾਈ ਕਿ ਦੁਨੀਆਦਾਰੀ ਦੇ, ਇੱਕ ਬੰਦਾ ਦੁਨੀਆਦਾਰੀ ਦੇ ਨਿਜ਼ਾਮ 'ਚ ਰਹਿ ਕੇ, ਤੁਹਾਨੂੰ ਪਤਾ ਜਦੋਂ ਅਸੀਂ ਉਹੋ ਜਿਹੇ ਸਾਂ, ਅਸੀਂ ਸੋਚਦੇ ਸੀ ਨਾ ਜਦੋਂ ਰੂਹਾਨੀਅਤ ਦੇ ਬਾਰੇ, ਤੇ ਸਾਨੂੰ ਇੱਕ ਅਲੱਗ ਤਰ੍ਹਾਂ ਦੀ ਫੀਲਿੰਗ ਆਉਂਦੀ ਸੀ ਕਿ ਯਾਰ ਕਿੱਡੀ ਬੋਰਿੰਗ ਜੀ ਜ਼ਿੰਦਗੀ ਹੋਣੀ ਹੈ ਨਾ ਸਾਡੀ ਜ਼ਿੰਦਗੀ ਤੇ। ਐਂਟਰਟੇਨਮੈਂਟ ਤੇ ਉਹ ਖੁਸ਼ੀਆਂ ਤੇ ਉਹ ਫਿਲਮਾਂ ਤੇ ਉਹ ਡਰਾਮੇ ਤੇ ਉਹ ਸੰਗਤੀਆਂ ਤੇ ਉਹ ਜਨਾਬ ਮਿਲਣਾ ਤੇ ਉਹ ਜੁਗਤਾਂ ਤੇ ਉਹ ਤੇ ਸਾਰਾ ਜਾਂਦਾ ਰਹੇਗਾ, ਤੇ ਜਦੋਂ ਉਹ ਗਿਆ ਤੇ ਫਿਰ ਤੇ ਜ਼ਿੰਦਗੀ ਬੋਰ। ਪਰ ਫਿਰ ਪਤਾ ਚੱਲਿਆ ਕਿ ਜ਼ਿੰਦਗੀ ਲੈਣ ਵਾਸਤੇ ਕਰਨਾ ਕੀ ਪੈਣਾ ਹੈ। ਜਦੋਂ ਜ਼ਿੰਦਗੀ ਲੈਣ ਵਾਲੇ ਪਾਸੇ ਆਏ, ਜਦੋਂ ਇੱਧਰ ਜ਼ਿੰਦਗੀ ਗੁਜ਼ਾਰਨਾ ਸ਼ੁਰੂ ਕੀਤੀ, ਫਿਰ ਕਰਦੇ ਆਪਣੇ ਆਪ ਨੂੰ ਆਦਤ ਪਾਈ। ਉਹ ਹੁਣ ਇਸ ਤਰ੍ਹਾਂ ਦੀ ਆਦਤ ਹੈ ਕਿ ਉਹਦੇ ਤੋਂ ਬਗੈਰ ਰਿਹਾ ਨਹੀਂ ਜਾਂਦਾ। ਤੇ ਹੁਣ ਇਹ ਪਤਾ ਹੈ ਕਿ ਇਟਰਨਲ ਲਾਈਫ ਹੈ ਜਿਹੜੀ, ਹਮੇਸ਼ਾ ਦੀ ਜ਼ਿੰਦਗੀ ਹੈ ਜਿਹੜੀ, ਉਹ ਸਾਡੀ ਹੈ। ਹਾਲੇਲੂਇਆ। ਹਮੇਸ਼ਾ ਦੀ ਜ਼ਿੰਦਗੀ ਜਿਹੜੀ ਹੈ ਉਹ ਸਾਡੀ ਹੈ। ਤੇ ਉਸ ਜ਼ਿੰਦਗੀ ਨੂੰ ਲੈਣ ਵਾਸਤੇ ਅਗਰ ਮੈਨੂੰ ਆਪਣੀਆਂ ਚਾਹਤਾਂ ਨੂੰ ਮਾਰਨਾ ਪੈਂਦਾ ਤੇ ਮਾਰ ਦੋ, ਇਹ ਬਿਹਤਰ ਹੈ। ਅਗਰ ਚਾਹਤਾਂ ਨੂੰ ਨਾ ਮਾਰਿਆ, ਮਰਨਾ ਪੈਣਾ ਹੈ। ਕਿਉਂ? ਕਿਉਂਕਿ ਜਿਸਮਾਨੀ ਨੀਅਤ ਜਿਹੜੀ ਉਹ ਮੌਤ ਹੈ, ਤੇ ਬਾਪ ਕਦੀ ਵੀ ਨਹੀਂ ਚਾਹੇਗਾ ਕਿ ਆਪਣੀ ਔਲਾਦ ਨੂੰ ਮੌਤ ਦੇਵੇ, ਮੌਤ ਦੇ ਹਵਾਲੇ ਕਰੇ। ਇਸ ਤੋਂ ਬਾਪ ਦੀ ਮਰਜ਼ੀ ਨੂੰ ਪੂਰਾ ਕਰਨ ਵਾਸਤੇ ਹਮੇਸ਼ਾ ਤਿਆਰ ਰਹੋ। ਆਪਣੀਆਂ ਖੁਸ਼ੀਆਂ ਨੂੰ ਸਾਈਡ ਤੇ ਰੱਖੋ ਕਿ ਮੈਨੂੰ ਖੁਸ਼ੀ ਮਿਲੇਗੀ ਇਸ ਕੰਮ ਦੇ ਵਿੱਚ, ਜਿਸ ਕੰਮ 'ਚ ਮੈਨੂੰ ਖੁਸ਼ੀ ਮਿਲੇਗੀ, ਪਰ ਉਹ ਕੰਮ ਬਾਪ ਦੇ ਫਾਇਦਾ ਵਾਸਤੇ ਆ ਤੇ ਮੈਨੂੰ ਉਹ ਇਸਤੇਮਾਲ ਕਰ ਲੈਣਾ ਚਾਹੀਦਾ। ਹਾਲੇਲੂਇਆ। ਮੈਂ ਜੇ ਇਸ ਗੱਲ ਦਾ ਦਾਅਵੇਦਾਰ ਹਾਂ ਕਿ ਯਿਸੂ ਮਸੀਹ ਨੇ ਮੇਰੇ ਵਾਸਤੇ ਸਾਰਾ ਕੁਝ ਕੀਤਾ ਹੈ, ਮੈਂ ਉਹਦੇ ਵਾਸਤੇ ਕੀ ਕੀਤਾ ਹੈ, ਮੈਨੂੰ ਇਹ ਗੱਲ ਨੂੰ ਵੇਖਣ ਸੋਚਣ ਦੀ ਜ਼ਰੂਰਤ ਹੈ ਕਿ ਮੈਂ ਅੱਜ ਕੀ ਕੀਤਾ ਉਹਦੇ ਵਾਸਤੇ। ਉਹਨੇ ਤੇ ਸਾਰਾ ਕੁਝ ਕੀਤਾ, ਮੈਂ ਉਹਦੇ ਵਾਸਤੇ। ਫਿਰ ਕਹਿੰਦੇ ਬਾਪ ਨੇ ਦੁਨੀਆ ਦੇ ਨਾਲ ਐਸੀ ਮੁਹੱਬਤ ਰੱਖੀ, ਆਪਣਾ ਇਕਲੌਤਾ ਬੇਟਾ ਦੇ ਦਿੱਤਾ। ਉਹਨੇ ਆਪਣਾ ਇਕਲੌਤਾ ਬੇਟਾ ਦੇ ਦਿੱਤਾ। ਮੈਂ ਉਹਨੂੰ ਕੀ ਦਿੱਤਾ ਏ? ਮੈਂ ਉਹਦੇ ਵਾਸਤੇ ਕੀ ਕੀਤਾ ਏ? ਮੈਂ ਉਹਨੂੰ ਪਸੰਦ ਆਵਾਂਗਾ ਜਾਂ ਨਹੀਂ ਆਵਾਂਗਾ? ਮੇਰੀ ਜ਼ਿੰਦਗੀ ਗੁਜ਼ਰਦੀ ਜਾ ਰਹੀ ਏ, ਵਕਤ ਲੰਘਦਾ ਜਾ ਰਿਹਾ ਹੈ। ਇਸ ਲੰਘਦੇ ਹੋਏ ਟਾਈਮ ਦੇ ਵਿੱਚ, ਜਿਹੜੇ ਟਾਈਮ 'ਚ ਮੈਂ ਹੁਣ ਜ਼ਿੰਦਗੀ ਗੁਜ਼ਾਰ ਰਿਹਾ ਵਾਂ, ਮੈਂ ਚੀਜ਼ਾਂ ਨੂੰ ਬਿਹਤਰ ਕਿੰਜ ਕਰ ਸਕਣਾ ਵਾ, ਮੈਂ ਉਹਨੂੰ ਰਾਜ਼ੀ ਕਿੰਜ ਕਰ ਸਕਣਾ ਵਾ। ਅੱਜ ਸਭ ਤੋਂ ਵੱਡਾ ਟਾਸਕ, ਸਭ ਤੋਂ ਵੱਡਾ ਕੰਮ ਕਿਸੇ ਵੀ ਬੰਦੇ ਦਾ ਜਿਹੜਾ ਅੱਜ ਦੇ ਟਾਈਮ ਦੇ ਵਿੱਚ, ਉਹ ਇਹੀ ਹੈ ਕਿ ਉਹ ਬਾਪ ਨੂੰ ਪਸੰਦ ਆਏ, ਉਹ ਬਾਪ ਦੀ ਮਰਜ਼ੀ ਨੂੰ ਪੂਰਾ ਕਰੇ, ਉਹ ਬਾਪ ਨੂੰ ਸਾਹਮਣੇ ਰੱਖ ਕੇ ਹਰ ਇੱਕ ਫੈਸਲਾ ਕਰੇ। ਤੇ ਜੇ ਉਹਦਾ ਕੀਤਾ ਹੋਇਆ ਫੈਸਲਾ, ਕਿਸੇ ਵੀ ਇਨਸਾਨ ਦਾ ਕੀਤਾ ਹੋਇਆ ਫੈਸਲਾ, ਉਹਦੇ ਵਿੱਚ ਬਾਪ ਦੀ ਮਰਜ਼ੀ ਆ ਕੇ ਖੜੀ ਹੋ ਜਾਏ, ਤੇ ਮੇਰਾ ਫੈਸਲਾ ਸਾਈਡ ਤੇ, ਬਾਪ ਦੀ ਮਰਜ਼ੀ ਉਤਲੇ ਲੈਵਲ ਤੇ। ਹਾਲੇਲੂਇਆ, ਹਾਲੇਲੂਇਆ। ਜ਼ੋਰਦਾਰ ਤਾਲੀਆਂ ਖੁਦਾਵੰਦ ਯਿਸੂ ਮਸੀਹ ਵਾਸਤੇ। ਇਹ ਗੱਲਾਂ ਕੌਣ ਕਰੇਗਾ? ਇਹ ਗੱਲਾਂ ਉਹ ਕਰੇਗਾ ਜਿਹਨੂੰ ਬਾਪ ਦੀ ਮਰਜ਼ੀ ਨੂੰ ਪੂਰਾ ਕਰਨ ਦੀ ਚਾਹਤ ਹੋਏਗੀ। ਜਿਹੜਾ ਬਾਪ ਦੀ ਮਰਜ਼ੀ ਨੂੰ ਪੂਰਾ ਕਰਨਾ ਚਾਹੇਗਾ, ਉਹ ਇਹ ਗੱਲ ਕਰੇਗਾ ਤੇ ਇਹਨਾਂ ਕੰਮਾਂ ਨੂੰ ਕਰੇਗਾ। ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਚਾਹਤ ਹੋਏਗੀ ਉਹਦੇ ਕਲਾਮ ਨੂੰ ਉੱਚਾ ਕਰਨ ਦੀ, ਦੂਜਾ ਨਹੀਂ ਕਰੇਗਾ। ਨਾ ਉਹ ਕਰੇਗਾ, ਨਾ ਉਹ ਸੁਣਨਾ ਚਾਹੇਗਾ, ਕਿਉਂਕਿ ਉਹਨੂੰ ਪਤਾ ਹੈ ਕਿ ਨਹੀਂ ਹੋਣਾ, ਇਹ ਕਰਨਾ ਔਖਾ ਹੈ, ਦੁਨੀਆਦਾਰੀ ਜਾਂਦੀ ਰਹਿਣੀ ਹੈ। ਪਰ ਯਾਦ ਰੱਖਣਾ ਕਿ ਦੁਨੀਆਦਾਰੀ ਰੱਖ ਕੇ ਤੁਸੀਂ ਖੁਦਾ ਨੂੰ ਹਾਸਲ ਨਹੀਂ ਕਰ ਸਕਦੇ, ਤੁਸੀਂ ਉਹਨੂੰ ਲੈ ਨਹੀਂ ਸਕਦੇ ਅਗਰ ਤੁਸੀਂ ਦੁਨੀਆਦਾਰੀ ਦੇ ਨਿਜ਼ਾਮ ਦੇ ਵਿੱਚ ਹੋ। ਤੁਹਾਡੀ ਜਦੋਜਹਿਦ, ਤੁਹਾਡੀ ਚਾਹਤ ਜੇ ਹਮੇਸ਼ਾ ਇਸ ਗੱਲ ਤੇ ਆ ਕੇ ਰੁਕ ਜਾਂਦੀ ਏ ਕਿ ਮੈਂ ਆਪਣੀ ਜ਼ਿੰਦਗੀ ਨੂੰ ਆਪਣੇ ਮੁਤਾਬਕ ਚਲਾਵਾਂ, ਮੈਂ ਉਹਨੂੰ ਖੁਸ਼ ਨਹੀਂ ਕਰ ਸਕਾਂਗਾ। ਹਾਲੇਲੂਇਆ। 9 ਆਇਤ ਚ ਲਿਖਿਆ, लेकिन तुम जिस्मानी नहीं बल्कि रूहानी हो बशर्ते
खुदा का रूह तुम में बसा हुआ है, मगर जिसमें मसीह का रूह नहीं वो उसका नहीं। सिर्फ नारियां दे नाल यसु मसीह नहीं मिलना कि जी मेरी आवाज अच्छी है, मैं वजाना अच्छा, मैं गाना अच्छा वा। सिर्फ गल्लां करनियां अच्छियां नहीं कि मैं गल्लां बड़ियां अच्छियां सुना के लोकां नूं मुतमिन कर लेना वा। सिर्फ एक काम नहीं बनना इंदे तो। ओदा केड़ा है? लेकिन तुम जिस्मानी नहीं बल्कि रूहानी हो, बशर्ते कि खुदा का रूह तुम में बसा हुआ है, मगर जिसमें मसीह का रूह नहीं वो उसका नहीं। अगर ओदा रूह मेरे अंदर वे ते मेरे ओदा रूह हमेशा मैनू किस पासे लेके जाएगा? वो हमेशा मैनू उस पासे जाएगा कि बाप दी मर्जी नू पूरा कर। ए काम ठीक नहीं है, इनू छड़ दे। ए चीज गलत है, ए छड़ दे। ए चीज दे दे, ए बाप दे काम दिगे, ए ओदी बादशाही वास्ते इस्तेमाल हो सकदी है। तू अपना किरदार दे, तू अपनी जुबान दा इस्तेमाल करके ओदे कलाम नू सुना, तू गवाही सुना, तू कलाम दस, तू लोगां नू ठीक करन दी कोशिश। रूह की करेगा? रूह जे तुहाडे अंदर वे ਉਹ ਤੁਹਾਨੂੰ ਇਹਨਾਂ ਚੀਜ਼ਾਂ ਤੇ ਲੈ ਕੇ ਚੱਲੇਗਾ। ਜੇ रूह ਤੁਹਾਡੇ ਅੰਦਰ ਵੇ ਉਹ ਬਾਪ ਦੀ ਮਰਜ਼ੀ ਨੂੰ ਤੁਹਾਡੇ ਕੋਲ ਪੂਰਾ ਕਰਾਏਗਾ। ਉਹ ਹਮੇਸ਼ਾ ਤੁਹਾਨੂੰ ਜੰਜੋੜੇਗਾ ਕਿ ਬਾਪ ਦੇ ਕੰਮਾਂ ਨੂੰ ਕਰ, ਬਾਪ ਦੇ ਫਾਇਦੇ ਦੇ ਵਿੱਚ ਜਾ, ਐਸਾ ਕੰਮ ਕਰ ਜਿਹਦੇ ਨਾਲ ਬਾਪ ਦੀ ਬਾਦਸ਼ਾਹੀ ਦਾ ਕੰਮ ਵਧੇ। ਕੋਈ ਇਹੋ ਜਿਹਾ ਕੰਮ ਕਰਕੇ ਬਾਪ ਰਾਜ਼ੀ ਹੋਏ। रूह ਤੁਹਾਡੇ ਅੰਦਰ ਜਦੋਂ ਆਏਗਾ ਉਹ ਹਮੇਸ਼ਾ ਇਹੋ ਜੀ ਚਾਹਤ ਤੁਹਾਡੇ ਅੰਦਰ ਪੈਦਾ ਕਰੇਗਾ। ਤੇ ਜੇ ਤੁਹਾਡੇ ਅੰਦਰ ਇਹ ਚਾਹਤ ਨਹੀਂ ਫਿਰ ਤੁਸੀਂ ਇਹ ਨਹੀਂ ਕਰ ਸਕਦੇ। फिर तुहाडे अंदर अलग तरह का रूह काम करेगा ते अलग तरह का रूह है जेड़ा वो हमेशा कहेगा नहीं कोई गल नहीं, तू अपना वेखना, तू अपना चला, तू अपना बना, तू अपना कर, तू सारा कुछ अपना कर, तू अपने हिसाब नाल जिंदगी गुजार। हाँ सारे गुजार रहे ना। जो रूह नहीं है तो फिर इहो जी नेचर होएगी तुहाडी। फिर तुहाडी चाहत ये होएगी कि अपने हिसाब दे नाल चल, अपने तौर तरीकिਆਂ ਦੇ ਨਾਲ ਚੱਲ, ਜਿਸ ਤਰ੍ਹਾਂ ਦੂਸਰੇ ਚੱਲ ਰਹੇ ਨੇ ਉਸ ਤਰ੍ਹਾਂ ਵੀ ਚੱਲ। ਇਹ ਜ਼ਰੂਰੀ ਨਹੀਂ ਹੈ। ਚਰਚ ਨੂੰ ਟਾਈਮ ਦੇਣਾ ਜ਼ਰੂਰੀ ਨਹੀਂ ਹੈ। ਦੁਆ ਕਰਨਾ ਇਹਨਾਂ ਵੀ ਨਹੀਂ ਹੈ। ਦਿਲ 'ਚ ਮਸੀਹ ਹੈਗਾ ਜੂਵੇ। ਇਹੋ ਜਿਹੀਆਂ ਗੱਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਣਗੀਆਂ ਤੇ ਕਦੀ ਕਲਾਮ ਨੂੰ ਪੂਰਾ ਨਹੀਂ ਕਰਨ ਦੇਣਗੀਆਂ ਤੁਹਾਨੂੰ। ਕਿਉਂ? ਕਿਉਂਕਿ रूह ਤੁਹਾਡੇ ਅੰਦਰ ਨਹੀਂ ਹੈ। ਤੇ ਜਦੋਂ रूह ਆਏਗਾ ਉਹ ਹਮੇਸ਼ਾ ਬਾਪ ਦੀ ਮਰਜ਼ੀ ਨੂੰ ਪੂਰਾ ਕਰਾਏਗਾ। ਤੇ ਯਾਦ ਰੱਖਣਾ ਜਿਹਦੇ ਅੰਦਰ रूह ਹੈ ਉਹ ਬਾਪ ਦੀ ਮਰਜ਼ੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ ਤੇ ਜਿਹਦੇ ਅੰਦਰ रूह ਨਹੀਂ ਉਹ ਉਹਦਾ ਨਹੀਂ। ਜਿਹਦੇ ਅੰਦਰ रूह ਨਹੀਂ, ਜਿਹਦੇ ਅੰਦਰ ਚਾਹਤ ਨਹੀਂ ਹੈ ਬਾਪ ਦੇ ਨਾਂ ਨੂੰ ਉੱਚਾ ਕਰਨ ਦੀ, ਜਿਹਦੇ ਅੰਦਰ ਚਾਹਤ ਨਹੀਂ ਹੈ ਉਹ ਕੁਝ ਨਹੀਂ ਕਰ ਸਕਦਾ। ਹਾਲੇਲੂਇਆ, ਹਾਲੇਲੂਇਆ। ਆਪਣੇ ਨਾਲ ਦੇ ਨੂੰ ਕੋ ਬਾਪ ਦੀ ਮਰਜ਼ੀ ਨੂੰ ਪੂਰਾ ਕਰ। ਅਗਰ ਤੂੰ ਚਾਹਨਾ ਹੈ ਕਿ ਤੂੰ ਬਾਪ ਨੂੰ ਪਸੰਦ ਆਏ ਤੇ ਉਹਦੀ ਮਰਜ਼ੀ ਨੂੰ ਪੂਰਾ ਕਰ। ਜਿਹੜਾ रूह है और रूहानी जिंदगी गुजारेगा। अपनी जिंदगी ते गौर कर, तू रूहानी है या जिस्मानी? गौर कर ते रूहानी बन के जिंदगी गुजार। यही जिंदगी है। हालेलुया। जोरदार तालियां खुदावंद यीशु मसीह वास्ते। ਹੁਣ ਦੋ ਤਰ੍ਹਾਂ ਦੀ ਜ਼ਿੰਦਗੀ, ਜਾਂ ਜਿਸਮਾਨੀ ਜ਼ਿੰਦਗੀ ਜਾਂ ਰੂਹਾਨੀ ਜ਼ਿੰਦਗੀ। ਜਿਹੜਾ ਜਿਸਮਾਨੀ ਗੁਜ਼ਾਰਦਾ ਉਹ ਰੂਹਾਨੀ ਨਹੀਂ ਬਣ ਸਕਦਾ ਤੇ ਜਿਹੜਾ ਰੂਹਾਨੀ ਹੈ ਉਹ ਜਿਸਮਾਨੀ ਨਹੀਂ ਹੈ। ਆਪਣੀ ਜ਼ਿੰਦਗੀਆਂ ਤੇ ਗੌਰ ਕਰਨਾ, ਵੇਖਣਾ ਕਿ ਮੈਂ ਕਿਸ ਤਰ੍ਹਾਂ ਚੱਲ ਰਿਹਾ ਵਾਂ। ਮੇਰਾ ਚੱਲਣਾ ਬਾਪ ਨੂੰ ਰਾਜ਼ੀ ਕਰੇਗਾ ਜਾਂ ਨਹੀਂ, ਮੈਂ ਉਹਨੂੰ ਪਸੰਦ ਆਵਾਂਗਾ ਜਾਂ ਨਹੀਂ, ਉਹ ਮੇਰੇ ਤੋਂ ਰਾਜ਼ੀ ਹੈ ਜਾਂ ਨਹੀਂ। ਇਹ ਜ਼ਰੂਰਤ ਇਸ ਗੱਲ ਦੀ ਹੈ ਵੇ। ਹਾਲੇਲੂਇਆ। ਇਸ ਤੋਂ ਕਿਉਂਕਿ ਜਿਹਦੇ ਅੰਦਰ ਉਹਦਾ रूह ਨਹੀਂ ਹੈ ਉਹ ਉਹਦਾ ਨਹੀਂ ਹੈ। ਤੇ ਜੇ ਮੇਰੇ ਅੰਦਰ ਮੈਂ ਵੇਖਾਂ ਕਿ ਮੇਰੇ ਅੰਦਰ ਚਾਹਤ ਕਿੰਨੀ ਹੈ ਉਹਦੇ ਕੰਮਾਂ ਨੂੰ ਕਰਨ ਦੀ। ਚਰਚ ਦੇ ਵਿੱਚ ਆ ਕੇ ਸਿਰਫ ਕਲਾਮ ਨੂੰ ਸੁਣਨਾ, ਰਸਮ ਨੂੰ ਪੂਰਾ ਕਰਨਾ, ਤਾੜੀਆਂ ਵਜਾਣਾ, ਗੀਤ ਗਾ ਕੇ ਵਾਪਸ ਚਲੇ ਜਾਣਾ ਇਹ ਕੰਮ ਨਹੀਂ ਹੈ। ਇੱਥੇ ਆਉਣ ਦਾ ਮਕਸਦ ਹੈ ਕਿ ਮੈਂ ਰੂਹਾਨੀਅਤ 'ਚ ਵਧਾਂ, ਮੈਂ ਕਲਾਮ ਨੂੰ ਜਾਣਾ, मैं कलाम नू समझा, मैं कलाम दी पैरवी करा, मैं अपनी जिंदगी नू वेखा कि वो बेहतर तौर ते गुजर रही है या नहीं, मेरी जिंदगी च बेहतरी आ रही है या नहीं, मैं बाप नू पसंद आवांगा या नहीं। इन्हां चीज़ां नू वेखना जरूरी है। ये सिर्फ रस्मां नहीं है कि आओ ते रस्म पूरी करो ते वापस जाओ। ये आके अपनी जिंदगी इस तरह गुजारना है कि मेरी जिंदगी दे हर एक लम्हे दे विच ओ मेरी जिंदगी च मेरे नाल होए।
ਮੈਂ ਕਿਸੇ ਸ਼ਾਦੀ ਤੇ ਗਿਆ, ਮੈਂ ਕਿਸੇ ਫੌਤਗੀ ਤੇ ਗਿਆ, ਮੈਂ ਕਿਸੇ ਖੁਸ਼ੀ ਗਮੀ ਤੇ ਗਿਆ, ਮੈਂ ਜਿੱਥੇ ਵੀ ਗਿਆ, ਮੈਂ ਜਿਨ੍ਹਾਂ ਦੀ ਵੀ ਸੰਗਤੀ 'ਚ ਬਵਾਂ, ਮੈਨੂੰ ਇਸ ਗੱਲ ਦਾ ਪਤਾ ਹੋਏ ਕਿ ਮੈਂ ਰੂਹਾਨੀ ਬਣ ਕੇ ਜ਼ਿੰਦਗੀ ਗੁਜ਼ਾਰਨੀ ਹੈ। ਇਹ ਜਿਹੜੇ ਮੇਰੇ ਅੱਗੇ ਬੈਠੇ ਨੇ, ਇਹ ਜਿਹੜੇ ਮੇਰੇ ਰਿਸ਼ਤੇਦਾਰ ਨੇ, ਇਹ ਜਿਹੜੇ ਮੇਰੇ ਜਾਣਨ ਵਾਲੇ ਨੇ, ਇਹਨਾਂ ਨੂੰ ਕਲਾਮ ਦਾ ਪਤਾ ਨਹੀਂ ਹੈ। ਇਹ ਦੁਨਿਆਵੀ ਜ਼ਿੰਦਗੀ ਗੁਜ਼ਾਰ ਰਹੇ ਨੇ, ਤੇ ਜੇ ਇਹ ਦੁਨਿਆਵੀ ਗੁਜ਼ਾਰ ਰਹੇ ਨੇ ਤੇ ਮੇਰੀ ਕੋਸ਼ਿਸ਼ ਇਹ ਵੇ ਕਿ ਮੈਂ ਆਪਣੀ ਐਫਰਟ ਦੇ ਨਾਲ ਇਹਨਾਂ ਨੂੰ ਬਦਲ ਦਿਆਂ, ਫਿਰ ਪਿਆਰ ਦੇ ਨਾਲ, ਫਿਰ ਮੁਹੱਬਤ ਦੇ ਨਾਲ, ਫਿਰ ਗੁੱਸੇ ਦੇ ਨਾਲ, ਫਿਰ ਕਿਸੇ ਵੀ ਤਰੀਕੇ ਮੈਂ ਕੋਸ਼ਿਸ਼ ਕਰਾਂ ਇਹਨਾਂ ਨੂੰ ਬਦਲਣ ਦੀ। ਤੇ ਜੇ ਉਹ ਨਹੀਂ ਬਦਲ ਰਹੇ ਤੇ ਯਾਦ ਰੱਖਣਾ ਉਹਨਾਂ ਦਾ ਅਸਰ ਐਸਾ ਹੋਏਗਾ, ਤੁਸੀਂ ਉਹਨਾਂ ਦੇ ਨਾਲ ਰਵੋਗੇ, ਉਹ ਤੁਹਾਨੂੰ ਬਦਲ ਦੇਣਗੇ। ਅਵੋਇਡ ਕਰੋ ਉਹਨਾਂ ਤੋਂ, ਕੋਸ਼ਿਸ਼ ਕਰੋ ਜਿੱਥੇ ਮੌਕਾ ਮਿਲੇ ਉਹਨਾਂ ਨੂੰ ਬਦਲਣ ਦੀ। ਇਹੀ ਬਾਪ ਦੀ ਮਰਜ਼ੀ ਹੈ, ਇਸ ਤੋਂ ਇਲਾਵਾ ਕੋਈ ਬਾਪ ਦੀ ਮਰਜ਼ੀ ਨਹੀਂ ਹੈ। ਬਾਪ ਦੀ ਮਰਜ਼ੀ ਇਹ ਨਹੀਂ ਹੈ ਕਿ ਤੁਸੀਂ ਦੁਨੀਆਦਾਰੀ ਦੇ ਵਿੱਚ ਜਾ ਕੇ ਸਾਰੀਆਂ ਦੁਨਿਆਵੀ ਬੰਦੇ ਵਾਲੀਆਂ ਖੁਸ਼ੀਆਂ ਜਿਹੜੀਆਂ ਨਾ ਉਹ ਤੁਸੀਂ ਲੈ ਕੇ ਜਾਓ। ਹਾਲੇਲੂਇਆ। ਇਹ ਗੱਲ ਯਾਦ ਰੱਖਣਾ, ਅਮੀਰ ਤੇ ਗਰੀਬ, ਦੁਨੀਆ ਦਾ ਨਿਜ਼ਾਮ ਹੀ ਇਸ ਤਰ੍ਹਾਂ ਕਿ ਹਰ ਬੰਦਾ ਚਾਹੁੰਦਾ ਕਿ ਮੇਰੇ ਕੋਲ ਲਗਜ਼ਰੀ ਲਾਈਫ, ਜ਼ਬਰਦਸਤ ਕਿਸਮ ਦੀ ਜ਼ਿੰਦਗੀ ਹੋਏ, ਅਸਾਇਸ਼ਾਤ ਦੀ ਭਰਮਾਰ ਹੋਏ, ਹਰ ਇੱਕ ਚੀਜ਼ ਮੇਰੇ ਕੋਲ ਹੋਏ। ਉਹਦੀ ਵਜ੍ਹਾ ਹੈ ਆਪਾਂ ਫਿਲਮੀ ਜੀ ਦੁਨੀਆ ਦੇ ਵਿੱਚੋਂ ਨਿਕਲੇ ਆ, ਅਲੱਗ ਤਰ੍ਹਾਂ ਦੀ ਦੁਨੀਆ ਦੇ ਵਿੱਚੋਂ ਅਸੀਂ ਆਏ ਆ, ਲੋਕਾਂ ਨੂੰ ਵੇਖ ਕੇ ਆਏ, ਹੀਰੋ ਹੀਰੋਇਨਾਂ ਨੂੰ ਵੇਖ ਕੇ ਆਏ ਅਸੀਂ, ਉਹਨਾਂ ਦੇ ਕੱਪੜੇ, ਉਹਨਾਂ ਦੇ ਕਾਰ, ਉਹਨਾਂ ਦੀਆਂ ਗੱਡੀਆਂ, ਉਹਨਾਂ ਦਾ ਲਾਈਫ ਸਟਾਈਲ, ਉਹਨਾਂ ਦੀਆਂ ਚੀਜ਼ਾਂ, ਉਹ ਸਾਰੀਆਂ ਅਸੀਂ ਵੇਖੀਆਂ ਫਿਲਮਾਂ ਡਰਾਮਿਆਂ ਦੇ ਵਿੱਚ। ਤੇ ਜਦੋਂ ਅਸੀਂ ਉਹ ਵੇਖੀਆਂ ਤੇ ਡੈਫੀਨੇਟਲੀ ਜਿਹੜੀਆਂ ਚੀਜ਼ਾਂ ਵੇਖੀਆਂ ਹੁੰਦੀਆਂ ਉਹ ਅੰਦਰ ਪੈਦਾ ਹੋ ਜਾਂਦੀਆਂ ਕਿ ਸਾਡੇ ਕੋਲ ਵੀ ਹੋਏ। ਕਿੱਡਾ ਅੱਛਾ ਕਾਰ, ਕਿੱਡੀ ਅੱਛੀ ਗੱਡੀ, ਕੀ ਲਾਈਫ ਸਟਾਈਲ ਹੈ, ਕੀ ਖਾਣੇ ਨੇ, ਤੇ ਕੀ ਜ਼ਿੰਦਗੀ ਹੈ, ਤੇ ਕਿਆ ਹੀ ਬਾਤ ਹੈ। ਇਹੋ ਜਿਹੀਆਂ ਚੀਜ਼ਾਂ ਅਸੀਂ ਵੇਖੀਆਂ। ਇਹੋ ਜਿਹੀਆਂ ਚੀਜ਼ਾਂ ਵੇਖ ਕੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਚਾਹਤ ਹੁੰਦੀ ਕਿ ਉਹਨਾਂ ਚੀਜ਼ਾਂ ਨੂੰ ਲੈਣ ਦੀ। ਪਰ ਇਹ ਗੱਲ ਮੈਂ ਤੁਹਾਨੂੰ ਦੱਸਣਾ ਚਾਹਨਾ ਵਾਂ, ਇਸ ਗੱਲ ਨੂੰ ਯਾਦ ਰੱਖਣਾ, ਇਹ ਉਹ ਗੱਲ ਜਿਹੜੀ ਹਮੇਸ਼ਾ ਮੇਰੀ ਜ਼ਿੰਦਗੀ ਦੇ ਵਿੱਚ ਵੀ ਰਹੀ ਹੈ ਤੇ ਜਿਹਨੇ ਹਮੇਸ਼ਾ ਮਸੀਹ ਦੇ ਵਿੱਚ ਆਉਣ ਤੋਂ ਬਾਅਦ ਮੈਨੂੰ ਮੋਟੀਵੇਟ ਰੱਖਿਆ, ਮੈਨੂੰ ਮਸੀਹ ਦੇ ਕੰਮਾਂ ਨੂੰ ਕਰਨ ਤੇ ਹਮੇਸ਼ਾ ਖੜਾ ਰੱਖਿਆ, ਜਿਹਦੀ ਵਜ੍ਹਾ ਤੋਂ ਮੈਂ ਕੰਮਾਂ ਨੂੰ ਜ਼ਬਰਦਸਤ ਤਰੀਕੇ ਨਾਲ ਕਰਦਾ ਰਿਹਾ। ਉਹ ਸਿਰਫ ਇੱਕ ਗੱਲ ਹੀ ਸੀ, ਉਹ ਗੱਲ ਇਹ ਕਿ ਅਗਰ ਮੈਂ ਜਿਸਮਾਨੀ ਤਰੀਕੇਕਾਰ ਦੇ ਨਾਲ ਜ਼ਿੰਦਗੀ ਗੁਜ਼ਾਰਾਂਗਾ, ਅਗਰ ਮੈਂ ਇਹਨਾਂ ਚੀਜ਼ਾਂ ਦੇ ਪਿੱਛੇ ਭੱਜ ਕੇ ਜ਼ਿੰਦਗੀ ਗੁਜ਼ਾਰਾਂਗਾ, ਅਗਰ ਮੇਰਾ ਤਰੀਕਾ ਵੀ ਇਹਨਾਂ ਦੇ ਮੁਤਾਬਕ ਹੋਏਗਾ ਜਿੰਜ ਇਹ ਗੁਜ਼ਾਰਦੇ ਪਏ ਨੇ, ਅਗਰ ਮੇਰੇ ਤਰੀਕੇਕਾਰ ਵੀ ਇਹਨਾਂ ਵਰਗੇ ਹੋਣਗੇ, ਅਗਰ ਮੈਂ ਵੀ ਇਸੇ ਭੱਜ ਦੌੜ 'ਚ ਲੱਗਾ ਰਹਾਂਗਾ ਕਿ ਮੈਂ ਬਣਾ ਲਾ, ਮੈਂ ਕਮਾ ਲਾ, ਮੈਂ ਅੱਛੀ ਜਗ੍ਹਾ ਤੇ ਰਵਾਂ। ਹਾਂ, ਸਾਡੇ ਨਾਲ ਇੱਕ ਪ੍ਰੋਬਲਮ ਹੈ ਇਹ ਦੁਨੀਆਦਾਰੀ ਦੇ ਵਿੱਚ ਰਹਿ ਕੇ ਅਮੀਰ ਬੰਦੇ ਦੀ ਜ਼ਿੰਦਗੀ ਅਸੀਂ ਵੇਖਦੇ ਹਾਂ ਤੇ ਸਾਨੂੰ ਇੱਕ ਚੀਜ਼ ਨਜ਼ਰ ਆਉਂਦੀ ਹੈ, ਉਹਨੂੰ ਕੋਈ ਪਰਵਾਹ ਨਹੀਂ ਹੈ ਅਮੀਰ ਬੰਦੇ ਨੂੰ, ਸਰਦੀ ਆਈ ਹੈ ਜਾਂ ਗਰਮੀ ਆਈ ਹੈ, ਉਹਨੂੰ ਕੋਈ ਪਰਵਾਹ ਨਹੀਂ ਹੈ। ਜੇ ਸਰਦੀ ਆਈ ਹੈ ਉਹਦੇ ਘਰ ਵੀ ਏਸੀ ਚੱਲਣਾ, ਉਹਦੀ ਗੱਡੀ 'ਚ ਵੀ ਏਸੀ ਚੱਲਣਾ, ਜਿੱਥੇ ਉਹਨੇ ਜਾਣਾ ਉੱਥੇ ਵੀ ਏਸੀ ਚੱਲਣਾ। ਜੇ ਗਰਮੀ ਆ ਗਈ ਤੇ ਏਸੀ ਚੱਲਣਾ, ਤੇ ਜੇ ਸਰਦੀ ਆਈ ਹੈ ਤੇ ਉਹਦੇ ਘਰ 'ਚ ਵੀ ਹੀਟਰ ਚੱਲਣਾ, ਉਹਦੀ ਗੱਡੀ 'ਚ ਵੀ, ਤੇ ਜਿੱਥੇ ਉਹਨੇ ਜਾਣਾ ਉੱਥੇ ਵੀ ਚੱਲਣਾ। ਇਹ ਸਰਦੀ ਗਰਮੀ ਵਾਲਾ ਨਿਜ਼ਾਮ ਹੈ ਨਾ ਜਿਹੜਾ, ਉਹ ਮਾੜੇ ਬੰਦੇ ਆਤੇ ਆ। ਸਾਡੇ ਕੂਲਰਾਂ ਦੇ ਪਾਣੀ ਵੀ ਜਿਹੜੇ ਆ ਨਾ, ਉਹ ਸਰਦੀਆਂ 'ਚ ਠੰਡੇ ਹੁੰਦੇ ਨੇ ਤੇ ਗਰਮੀਆਂ 'ਚ ਗਰਮ ਹੁੰਦੇ ਨੇ। ਗਰਮੀਆਂ 'ਚ ਗਰਮੀ ਲੱਗਦੀ ਹੈ, ਸਰਦੀਆਂ 'ਚ ਸਰਦੀ ਲੱਗਦੀ ਹੈ। ਮੈਂ ਅਮੀਰਾਂ ਨੂੰ ਵੇਖਿਆ ਰੈਸਟੋਰੈਂਟ ਲਾਈਨ ਦੇ ਵਿੱਚ ਅਸੀਂ ਉੱਥੇ ਫਾਸਟ ਫੂਡ ਦਾ ਇੱਕ ਬ੍ਰਾਂਡ ਸੀ, ਉਹਦੇ 'ਚ ਮੈਂ ਜੌਬ ਕਰਦਾ ਸੀ। ਉੱਥੇ ਅਸੀਂ ਵੇਖਦੇ ਹੁੰਦੇ ਸੀ ਕਿ ਲੋਕ ਖਾਣਾ ਖਾਣ ਤੇ ਗੱਡੀਆਂ ਤੇ ਆਉਂਦੇ ਸੀ। ਸਰ ਜੀ ਸਰਦੀਆਂ ਹੋਣੀਆਂ, ਅਸੀਂ ਕੋਟ ਪਾਏ ਹੁੰਦੇ, ਉਹਨਾਂ ਨੇ ਕੱਛਿਆਂ ਦੇ ਵਿੱਚ, ਇਹਨੇ ਸ਼ੋਰਟਸ ਪਾਏ ਹੁੰਦੇ, ਕੱਛਿਆਂ ਦੇ ਵਿੱਚ ਆਣਾ ਕਰਨਾ ਉਹਨੇ। ਸਰਦੀਆਂ 12ਵਾਂ ਮਹੀਨਾ ਸਰਦੀਆਂ, ਤੇ ਉਹਨਾਂ ਨੇ ਆਣਾ ਕਰਨਾ ਸ਼ੋਰਟਸ ਦੇ ਵਿੱਚ ਆਣਾ ਕਰਨਾ, ਉਤਰਨਾ ਰੈਸਟੋਰੈਂਟ ਦੇ ਅੰਦਰ ਚੁੱਕੇ ਹੀਟਰ ਚੱਲ ਰਹੇ ਹੁੰਦੇ ਸਨ। ਗੱਡੀ 'ਚ ਉਤਰੇ, ਇੱਧਰ ਆਏ, ਇਹ ਤੋਂ ਨਿਕਲੇ ਗੱਡੀ 'ਚ। ਉਹਨਾਂ ਨੂੰ ਕੀ ਲੱਗੇ ਇਹ ਸਰਦੀ ਨਾਲ? ਇਹ ਸਰਦੀ ਗਰਮੀ ਵਾਲਾ ਨਿਜ਼ਾਮ ਇਹ ਸਾਡੇ ਹੱਥੇ ਆ। ਕੂਲਰਾਂ ਦੇ ਪਾਣੀ ਸਾਡੇ ਗਰਮੀਆਂ 'ਚ ਗਰਮ, ਸਰਦੀਆਂ 'ਚ ਠੰਡੇ। ਸਾਡਾ ਟੈਂਕੀਆਂ ਵਾਲੇ ਬੰਦਿਆਂ ਨੂੰ ਤੇ ਨਹਾਣਾ ਵੀ ਮੁਹਾਲ ਹੁੰਦਾ ਹੈ। ਫਿਰ ਕਈ ਵਿਚਾਰੇ ਮੋਟਰ ਚਲਾਉਂਦੇ ਨੇ, ਕਈ ਨਲਕਾ ਗੇੜ, ਕਈ ਨਹਿਰ 'ਚ ਟੁੱਪੀ ਲਾ ਲੈਂਦੇ ਨੇ। ਹਾਲੇਲੂਇਆ, ਜ਼ੋਰਦਾਰ ਤਾਲੀਆਂ ਖੁਦਾਵੰਦ ਯਿਸੂ ਮਸੀਹ ਵਾਸਤੇ। ਇੱਕ ਗੱਲ ਯਾਦ ਰੱਖਣਾ, ਉਹ ਬੜੀ ਜ਼ਬਰਦਸਤ ਗੱਲ ਹੈ ਜਿਹਨੇ ਹਮੇਸ਼ਾ ਮੈਨੂੰ ਖੁਸ਼ ਰੱਖਿਆ ਹੈ ਤੇ
ਮੈਂ ਅਕਸਰ ਵੇਖਿਆ, ਮਤਲਬ ਇਹ ਨੂਰੇ ਵਾਲਾ ਰਾਹ ਹੈ ਨਾ ਜਿਹੜਾ, ਜਿੱਥੋਂ ਅਸੀਂ ਆਉਂਦੇ ਹੁੰਦੇ ਆ, ਇਹ ਜਨਾਬ ਬੰਦਾ ਵੈਸੇ ਹੀ ਜਾਨਵਰ ਜਿਹਾ ਬਣ ਜਾਂਦਾ ਜਦੋਂ ਇਹ ਰਾਹ ਲੰਘ ਕੇ ਆਉਂਦਾ ਹੈ ਨਾ। ਉਹ ਨਵਾਂ ਸੂਟ ਪਾ ਕੇ ਤੋਂ ਲੰਘੇ ਤੇ ਸਹੀ ਮੋਟਰਸਾਈਕਲ ਦੇ, ਉਹਨੂੰ ਲੱਗ ਪਤਾ ਜਾਣਾ, ਉਂਝ ਲੱਗਣਾ 3 ਦਿਨ ਹੋ ਗਏ ਨੇ ਸੂਟ ਪਾਏ ਨੂੰ ਮੈਨੂੰ, ਜਿਹੋ ਜਿਹੀ ਹਾਲਤ ਹੋ ਜਾਂਦੀ ਹੈ ਤੇ। ਪਰ ਬਾਈਕ ਤੇ ਆਈਦਾ, ਕਦੀ ਉੱਤੇ ਕੱਪੜੇ ਪਾ ਕੇ, ਕੱਪੜਿਆਂ ਤੇ ਕੱਪੜੇ ਪਾ ਕੇ, ਕਦੀ ਆ ਕੇ ਇੱਥੇ ਬਦਲੀ, ਮਤਲਬ ਅਲੱਗ ਤਰ੍ਹਾਂ ਦੀ ਸਿਚੁਏਸ਼ਨਸ ਨੇ ਨਾ। ਪਰ ਇੱਕ ਗੱਲ ਦੀ ਹਮੇਸ਼ਾ ਜਿਹੜੀ ਨਾ ਖੁਸ਼ੀ ਰਹਿੰਦੀ ਹੈ, ਉਹ ਹੈ ਜਿਹੜੀ ਹਮੇਸ਼ਾ ਮੋਟੀਵੇਟ ਰੱਖਦੀ ਹੈ ਬਾਪ ਦੀ ਮਰਜ਼ੀ ਨੂੰ ਪੂਰਾ ਕਰਨ ਵਾਸਤੇ, ਇਸ ਰੂਹਾਨੀ ਨਿਜ਼ਾਮ ਨੂੰ ਬਿਹਤਰ ਕਰਨ ਵਾਸਤੇ, ਜਿਹੜੀ ਹਮੇਸ਼ਾ ਮੋਟੀਵੇਟ ਰੱਖਦੀ ਹੈ, ਜਿਹੜੀ ਗੱਲ ਹਮੇਸ਼ਾ ਲੈ ਕੇ ਚੱਲ ਰਹੀ ਹੁੰਦੀ ਹੈ, ਜਿਹੜੀ ਗੱਲ ਦੀ ਵਜ੍ਹਾ ਤੋਂ ਕਦੀ ਡੀਮੋਟੀਵੇਸ਼ਨ ਨਹੀਂ ਆਈ ਜ਼ਿੰਦਗੀ 'ਚ, ਕਿ ਮਤਲਬ ਕਿ ਬੇਜ਼ਾਰ ਜੇ ਨਹੀਂ ਹੋ ਗਏ ਕਿ ਜਨਾਬ ਇਹ ਕੀ ਪ੍ਰੋਬਲਮ ਹੈ, ਕਦੋਂ ਤੱਕ ਇੰਜ ਹੋਏਗਾ, ਜਾਂ ਕਦੀ ਦੁਆ 'ਚ ਬੈਠੇ ਤੇ ਕਹੋ ਖੁਦਾਇਆ ਹੁਣ ਕੋਈ ਹਿਸਾਬ ਲਾ ਯਾਰ, ਹੈ ਕਿ ਕਦੋਂ ਤੱਕ ਅਸੀਂ, ਕਦੀ ਵੀ ਇਹੋ ਜਿਹੀ ਨਹੀਂ ਆਈ। ਉਹਦੀ ਵਜ੍ਹਾ ਇਹ ਕਿ ਹਮੇਸ਼ਾ ਇਹ ਸਫ਼ਰ ਕਰਦੇ ਹੋਏ, ਇਹ ਪ੍ਰੋਬਲਮ ਬਰਦਾਸ਼ਤ ਕਰਦੇ ਹੋਏ, ਆਉਂਦੇ ਜਾਂਦੇ ਇਹ ਸਾਰੇ ਕੰਮ ਕਰਦੇ ਹੋਣ, ਇੱਕ ਚੀਜ਼ ਜ਼ਿੰਦਗੀ 'ਚ ਹਮੇਸ਼ਾ ਰਹਿੰਦੀ ਹੈ ਕਿ ਯਿਸੂ ਮਸੀਹ ਨਾਸਰੀ ਦੁਨੀਆ 'ਚ ਜਦੋਂ ਆਇਆ ਸੀ ਨਾ, ਉਹ ਆਪਣੀ ਜ਼ਿੰਦਗੀ ਜਿਹੜੀ ਗੁਜ਼ਾਰ ਕੇ ਗਿਆ ਨਾ, ਉਹ ਬੜੀ ਮੁਸ਼ਕਲਾਤ ਦੇ ਟਾਈਮ 'ਚ ਗੁਜ਼ਾਰ ਕੇ ਗਿਆ। ਸਾਡੀ ਉਹਦੇ ਵਰਗੀ ਨਹੀਂ ਹੈ, ਜਿਹੜੀਆਂ ਮੁਸ਼ਕਲਾਂ ਉਹਨੇ ਬਰਦਾਸ਼ਤ ਕਰ ਲਈਆਂ ਨਾ, ਅਸੀਂ ਪਾਸਕ ਵੀ ਨਹੀਂ ਆ ਉਹਦੇ। ਬਜ਼ਾਤੇ ਸਾਨੂੰ ਅੱਜ ਦੇ ਟਾਈਮ 'ਚ ਸਾਨੂੰ ਲੱਗਦੀਆਂ ਨੇ ਕਿ ਕੁਝ ਪ੍ਰੋਬਲਮ ਨੇ, ਪਰ ਜਦੋਂ ਅਸੀਂ ਬਾਈਬਲ ਵਾਲੇ ਜਾ ਕੇ ਵੇਖਦੇ ਆ ਨਾ, ਪਲੂਸ ਦੀਆਂ ਮੁਸ਼ਕਲਾਤ, ਯਿਸੂ ਮਸੀਹ ਦੀਆਂ ਸ਼ਾਗਿਰਦਾਂ ਦੀਆਂ ਸਰਸਾ ਦੀਆਂ ਕੁਝ ਵੀ ਨਹੀਂ ਹੈ। ਉਹਨਾਂ ਜ਼ਿੰਦਗੀਆਂ ਗਵਾਈਆਂ ਨੇ ਕਲਾਮ ਨੂੰ ਅੱਗੇ ਲਿਆਉਣ ਵਾਸਤੇ, ਤੇ ਫਿਰ ਇੱਕ ਚੀਜ਼ ਮੋਟੀਵੇਟ ਕਰਦੀ ਹੈ ਕਿ ਨਹੀਂ ਯਾਰ ਅਸੀਂ ਕੁਝ ਵੀ ਨਹੀਂ ਕਰ ਰਹੇ, ਸਾਨੂੰ ਤੇ ਇਦੋਂ ਵੱਧ ਵੀ ਬਰਦਾਸ਼ਤ ਕਰਨਾ ਪਏ ਤੇ ਕਰਨਾ ਪਏਗਾ। ਉਸ ਤੋਂ ਬਾਅਦ ਇੱਕ ਚੀਜ਼ ਹੈ ਜਿਹੜੀ, ਉਹ ਹੈ ਕਿ ਵਕਤ ਗੁਜ਼ਰ ਰਿਹਾ ਹੈ, ਟਾਈਮ ਲੰਘਦਾ ਜਾ ਰਿਹਾ ਹੈ, ਏਸੀ ਦੇ ਵਿੱਚ ਬੈਠੇ ਬੰਦੇ ਦਾ ਵੀ ਲੰਘਦਾ ਜਾ ਰਿਹਾ ਹੈ, ਤੇ ਗਰਮੀਆਂ ਦੇ ਵਿੱਚ ਹੀਟਰ ਵਰਗੀ ਧੁੱਪ ਬਰਦਾਸ਼ਤ ਕਰਨ ਵਾਲੇ ਦਾ ਵੀ ਟਾਈਮ ਲੰਘਦਾ ਜਾ ਰਿਹਾ ਹੈ। ਟਾਈਮ ਲੰਘਦਾ ਜਾ ਰਿਹਾ ਹੈ, ਵਕਤ ਗੁਜ਼ਰਦਾ ਜਾ ਰਿਹਾ ਹੈ, ਦਿਨ ਤੇ ਰਾਤ ਇੱਕੋ ਜਿਹਾ ਹੀ ਹੈ, ਟਾਈਮ ਲੰਘਦਾ ਜਾ ਰਿਹਾ ਹੈ, ਉਹਦਾ ਵੀ ਖਤਮ ਹੋਣਾ ਹੈ ਤੇ ਸਾਡਾ ਵੀ ਖਤਮ ਹੋਣਾ ਹੈ। ਪਰ ਜਦੋਂ ਸਾਡਾ ਖਤਮ ਹੋਣਾ ਹੈ, ਇੱਕ ਜ਼ਬਰਦਸਤ ਕਿਸਮ ਦਾ ਟਾਈਮ ਸ਼ੁਰੂ ਹੋ ਜਾਣਾ ਹੈ। ਹਾਲੇਲੂਇਆ। ਇਹ ਵਾਲਾ ਟਾਈਮ ਜਦੋਂ ਖਤਮ ਹੋਣਾ ਹੈ, ਫਿਰ ਕਮਾਲ ਦਾ ਟਾਈਮ ਸ਼ੁਰੂ ਹੋਣਾ ਹੈ, ਫਿਰ ਯਿਸੂ ਮਸੀਹ ਦੇ ਨਾਲ ਵਾਲਾ ਟਾਈਮ ਜਿਹੜਾ ਉਹਦੇ ਨਾਲ ਅਸੀਂ ਗੁਜ਼ਾਰਨਾ ਹੈ, ਉਹ ਸ਼ੁਰੂ ਹੋਣਾ ਹੈ। ਉਹ ਮੁਸ਼ਕਲਾਤ ਗੁਜ਼ਾਰ ਕੇ ਗਿਆ, ਅਸੀਂ ਵੀ ਉਹ ਗੁਜ਼ਾਰਾਂਗੇ। ਜਦੋਂ ਗੁਜ਼ਾਰ ਕੇ ਜਾਵਾਂਗੇ ਉਹਦੀ ਮਰਜ਼ੀ ਨੂੰ ਪੂਰਾ ਕਰਦੇ ਹੋਏ, ਫਿਰ ਉਹ ਗੁਜ਼ਾਰ ਕੇ ਜਾਵਾਂਗੇ, ਉਹਦੀ ਮਰਜ਼ੀ ਨੂੰ ਪੂਰਾ ਕਰਕੇ ਜਾਵਾਂਗੇ, ਉਹਦੀ ਬਾਦਸ਼ਾਹੀ ਵਾਸਤੇ ਕੰਮ ਕਰਕੇ ਜਾਵਾਂਗੇ, ਉਹਦੇ ਨਾਂ ਨੂੰ ਉੱਚਾ ਕਰਕੇ ਜਾਵਾਂਗੇ, ਕਲਾਮ ਨੂੰ ਸੁਣਾਉਂਦੇ ਹੋਏ ਜਾਵਾਂਗੇ, ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲਦੇ ਹੋਏ ਜਾਵਾਂਗੇ, ਲੋਕਾਂ ਦੀ ਜ਼ਿੰਦਗੀਆਂ ਦੇ ਵਿੱਚ ਅਲੱਗ ਤਰ੍ਹਾਂ ਦਾ ਅਸਰ ਛੱਡ ਕੇ ਜਾਵਾਂਗੇ, ਲੋਕਾਂ ਨੂੰ ਵਫਾਦਾਰੀ ਸਿਖਾ ਕੇ ਜਾਵਾਂਗੇ, ਲੋਕਾਂ ਨੂੰ ਪਕੀਜ਼ਗੀ ਦੱਸ ਕੇ ਜਾਵਾਂਗੇ, ਉਹਨਾਂ ਨੂੰ ਪਕੀਜ਼ਗੀ ਵਹਾ ਕੇ, ਸਿਖਾ ਕੇ, ਸਮਝਾ ਕੇ ਜਾਵਾਂਗੇ। ਉਹ ਇੱਕ ਅਲੱਗ ਤਰ੍ਹਾਂ ਦੀ ਕਾਮਯਾਬੀ ਹੋਏਗੀ ਜਿਹੜੀ ਉਹਨਾਂ ਦੇ ਕੋਲ ਨਹੀਂ ਹੈ, ਜਿਹੜੇ ਗੱਡੀਆਂ 'ਚ ਬੈਠੇ ਨੇ। ਹਾਲੇਲੂਇਆ, ਹਾਲੇਲੂਇਆ। ਇਸ ਤੋਂ ਹਮੇਸ਼ਾ ਇਸ ਗੱਲ ਨੂੰ ਆਪਣੀ ਜ਼ਿੰਦਗੀ 'ਚ ਯਾਦ ਰੱਖਿਆ ਕਰੋ ਕਿ ਬਾਪ ਦੀ ਮਰਜ਼ੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਉਹਨੂੰ ਰਾਜ਼ੀ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਉਹ ਸਾਡੇ ਤੋਂ ਖੁਸ਼ ਹੋਏ ਇਹ ਜ਼ਰੂਰੀ ਹੈ, ਹੋਰ ਕੋਈ ਚੀਜ਼ ਜ਼ਰੂਰੀ ਨਹੀਂ ਹੈ। ਟਾਈਮ ਲੰਘ ਰਿਹਾ ਹੈ, ਯਾਦ ਰੱਖਣਾ, ਉਹ ਵੀ ਖਾਣਾ ਖਾਂਦੇ ਨੇ, ਅਮੀਰ ਵੀ, ਗਰੀਬ ਵੀ ਖਾਣਾ ਖਾਂਦਾ ਹੈ, ਉਹ ਵੀ ਰੱਜ ਜਾਂਦਾ, ਇਹ ਵੀ ਰੱਜ ਜਾਂਦਾ। ਇੱਕ ਆਪਣੀ ਗੱਡੀ 'ਚ ਸਫ਼ਰ ਕਰ ਲੈਂਦਾ, ਅਸੀਂ ਲੋਕਲ ਸਫ਼ਰ ਕਰ ਲੈਂਦੇ ਆ, ਉਹ ਗੱਡੀ 'ਚ ਚਲਾ ਜਾਂਦਾ, ਅਸੀਂ ਘੱਟਾ ਪਵਾ ਕੇ ਚਲੇ ਜਾਂਦੇ ਆ, ਮੋਟਰਸਾਈਕਲ ਤੇ ਚਲੇ ਤੇ ਜਾਂਦੇ ਆ ਨਾ। ਹਾਲੇਲੂਇਆ। ਪਰ ਵਕਤ ਗੁਜ਼ਰ ਰਿਹਾ ਹੈ, ਟਾਈਮ ਗੁਜ਼ਰਦਾ ਜਾ ਰਿਹਾ ਹੈ, ਉਹ ਗੁਜ਼ਰਨ ਦਿਓ, ਇਹ ਟਾਈਮ ਨੂੰ ਗੁਜ਼ਰਨ ਦਿਓ, ਆਪਣੇ ਕੰਮ ਕਰਦੇ ਰਹੋ। ਅਸੀਂ ਇੱਕ ਵੱਡਾ ਪ੍ਰੋਫਾਈਲ, ਇੱਕ ਵੱਡੀ ਕਾਮਯਾਬੀ ਲੈ ਕੇ ਜਾ ਰਹੇ ਹਾਂ ਕਿ ਬਾਪ ਅਸੀਂ ਬਰਦਾਸ਼ਤ ਕੀਤਾ ਹੈ, ਅਸੀਂ ਚੀਜ਼ਾਂ ਨੂੰ ਬਰਦਾਸ਼ਤ ਕੀਤਾ ਹੈ ਬਾਦਸ਼ਾਹੀ ਵਾਸਤੇ, ਅਸੀਂ ਮੁਸ਼ਕਲਾਤ ਨੂੰ ਫੇਸ ਕੀਤਾ ਹੈ ਬਾਦਸ਼ਾਹੀ ਵਾਸਤੇ, ਅਸੀਂ ਭੁੱਖ ਤੇ ਨੰਗ ਨੂੰ ਵੇਖਿਆ ਏ ਬਾਦਸ਼ਾਹੀ ਵਾਸਤੇ, ਅਸੀਂ ਹਰ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਵਫਾਦਾਰ ਰਹੇ ਹਾਂ, ਅਸੀਂ ਆਪਣਾ ਆਪ ਦੇ ਕੇ ਵਫਾਦਾਰ ਰਹੇ ਹਾਂ, ਅਸੀਂ ਆਪਣਾ ਪੈਸਾ ਲਾ ਕੇ ਵਫਾਦਾਰ ਰਹੇ ਹਾਂ, ਅਸੀਂ ਆਪਣਾ ਵਜੂਦ ਦੇ ਕੇ, ਅਸੀਂ ਆਪਣੀਆਂ ਖੁਸ਼ੀਆਂ ਦੇ ਕੇ, ਅਸੀਂ ਆਪਣੀਆਂ ਰਸਮਾਂ ਦੇ ਕੇ, ਅਸੀਂ ਆਪਣੀਆਂ ਚਾਹਤਾਂ ਦੇ ਕੇ, ਅਸੀਂ ਉਹਨਾਂ ਹਾਲਾਤਾਂ ਨੂੰ ਜਿਹੜੇ ਦੁਨੀਆ ਗੁਜ਼ਾਰ ਕੇ ਬੜੀ ਖੁਸ਼ ਸੀ, ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਕੁਰਬਾਨ ਕਰ ਦਿੱਤਾ। ਕਾਹਦੇ ਵਾਸਤੇ? ਕਿ ਬਾਦਸ਼ਾਹੀ ਦੇ ਕੰਮਾਂ ਨੂੰ ਬਿਹਤਰ ਕੀਤਾ ਜਾਏ। ਅਸੀਂ ਦੁਨੀਆਦਾਰੀ ਦੇ ਨਿਜ਼ਾਮ 'ਚ ਨਹੀਂ ਪਏ, ਜੇ ਅਸੀਂ ਖਿਦਮਤ ਦੇ ਵਿੱਚ ਆਏ ਤੇ ਅਸੀਂ ਹਮੇਸ਼ਾ ਬਾਪ ਦੀ ਮਰਜ਼ੀ ਨੂੰ ਵੇਖਿਆ, ਅਸੀਂ ਲੋਕਾਂ ਦੀਆਂ ਚਾਹਤਾਂ ਤੇ ਉਹਨਾਂ ਦੀ ਮਰਜ਼ੀ ਨੂੰ ਨਹੀਂ ਵੇਖਿਆ, ਅਸੀਂ ਇਹ ਵੇਖਿਆ ਕਿ ਅਸੀਂ ਜਿਹਦੇ ਖਾਦਮ ਆ, ਅਸੀਂ ਉਹਦੀ ਮਰਜ਼ੀ ਨੂੰ ਪੂਰਾ ਕਰੀਏ। ਹਾਲੇਲੂਇਆ।
ਹਾਲੇਲੂਇਆ। ਇਹ ਰੂਹਾਨੀ ਤੇ ਜਿਸਮਾਨੀ ਬੰਦਾ, ਜਿਸਮਾਨੀ ਬੰਦਾ ਕਦੀ ਬਾਪ ਨੂੰ ਪਸੰਦ ਨਹੀਂ ਆ ਸਕਦਾ, ਜਿਹੜਾ ਹਮੇਸ਼ਾ ਚਾਹਤਾ ਇਹ ਕਰਦਾ ਕਿ ਮੈਨੂੰ ਮਿਲ ਜਾਏ, ਮੈਂ ਲੈ ਲਵਾਂ, ਮੈਂ ਬਣਾ ਲਵਾਂ, ਮੈਂ ਕਮਾ ਲਵਾਂ, ਮੈਂ ਆਪਣੇ ਤੇ ਲਾ ਲਵਾਂ। ਸਰ ਇੱਕ ਨੁਕਸਾਨ ਆਏਗਾ, ਤਬਾਹੀ ਫੇਰ ਕੇ ਚਲਾ ਜਾਏਗਾ। ਤੁਹਾਡੀ ਜਮਾ ਪੂੰਜੀ ਜਿਹੜੀ ਉਹ ਸਾਰੀ ਜਾਂਦੀ ਰਹੇਗੀ। ਦੁਨੀਆ ਦੀਆਂ ਚੀਜ਼ਾਂ ਦੀ ਔਕਾਤ ਇੰਨੀ ਕੁ ਏ, ਦੁਨੀਆ ਦੇ ਹਾਲਾਤਾਂ ਤੇ ਸਿਚੁਏਸ਼ਨ ਦੇ ਵਿੱਚ ਰਹਿ ਕੇ ਜ਼ਿੰਦਗੀ ਗੁਜ਼ਾਰ ਕੇ ਸਾਰਾ ਕੁਝ ਬਣਾ ਲਿਆ ਤੇ ਬਾਅਦ ਚ ਤਬਾਹ। ਇੱਕ ਸੈਕਿੰਡ ਲੱਗਦਾ ਉਹ ਚੀਜ਼ਾਂ ਨੂੰ ਤਬਾਹ ਹੁੰਦੇ ਹੋਏ। ਸਰ ਜੀ ਅਸੀਂ ਵੇਖਿਆ ਏ ਕਿ ਉਹ ਬੰਦਾ ਜਿਹਦੇ ਕੋਲ ਬੜੀ ਖੂਬਸੂਰਤ ਬੜੀ ਵੱਡੀ ਗੱਡੀ ਏ, V8 ਟਾਈਪ ਪ੍ਰਾਡੋ ਤੇ ਲੈਂਡ ਕਰੂਜ਼ਰ ਟਾਈਪ ਜਿਹਦੇ ਕੋਲ ਗੱਡੀ ਏ, ਉਹ ਬੰਦਾ ਆਪਣੀ ਇਸ ਜਿਸਮਾਨੀ ਜ਼ਿੰਦਗੀ ਨੂੰ ਗੁਜ਼ਾਰਦੇ ਹੋਏ ਉਹਦੇ ਤੇ ਇੱਕ ਝਰੀਟ ਵੀ ਵੱਜ ਜਾਵੇ ਨਾ ਕਿਸੇ ਬੰਦੇ ਕੋਲ, ਉਹਨੂੰ ਬਰਦਾਸ਼ਤ ਨਹੀਂ ਹੈ। ਕਿਆ ਕਿਉਂ ਲਾਈ ਉਹ? ਐਸਾ ਟਾਈਮ ਉਹਨਾਂ ਬੰਦਿਆਂ ਦੇ ਉੱਤੇ ਆਇਆ ਏ ਕਿ ਉਹਨਾਂ ਨੂੰ ਆਪਣੀਆਂ ਜ਼ਿੰਦਗੀਆਂ ਬਚਾਉਣ ਵਾਸਤੇ ਆਪਣੀਆਂ ਗੱਡੀਆਂ ਨੂੰ ਛੱਡ ਕੇ ਭੱਜਣਾ ਪਿਆ ਏ। ਸਰ ਸਲਾਬ ਨਹੀਂ ਵੇਖੀ ਅਸੀਂ, ਆਪਾਂ ਗੱਡੀਆਂ ਰੁੜਦੀਆਂ ਵੇਖੀਆਂ ਐ ਤੇ ਫਿਰ ਕਹਿੰਦੇ ਨੇ ਬੰਦਾ ਹੀ ਬੱਸ ਵਿੱਚੋਂ ਨਿਕਲ ਜਾਏ, ਬਾਕੀ ਗੱਡੀ ਜਾਵੇ। ਗੱਡੀ ਭਾਵੇਂ ਨਾ ਬੰਦਾ ਬਚ ਜਾਵੇ, ਫਿਰ ਬੰਦਾ ਬਚਾ ਕਹਿਣਗੇ ਕਾਮਯਾਬੀ ਹੈ ਜੀ। ਹੈ ਇਹਦੇ ਨਾਲ ਵੱਡੀ ਵੇਖੋ ਜੀ, ਬੰਦਾ ਬਚ ਕੇ ਗੱਡੀ ਤੇ ਫਿਰ ਆ ਜਾਏਗੀ। ਤੇ ਜਦੋਂ ਝਰੀਟ ਲੱਗੀ ਸੀ, ਜਦੋਂ ਛੋਟਾ ਜਿਹਾ ਨੁਕਸਾਨ ਹੋਇਆ ਸੀ, ਫਿਰ ਨਹੀਂ ਸੀ ਯਾਦ ਆਇਆ ਕਿ ਲੈ ਫਿਰ ਕਿਹੜੀ ਗੱਲ ਹੈ ਯਾਰ, ਲੱਗ ਗਿਆ ਤੇ ਅਚਾਨਕ ਹੋ ਹੀ ਗਿਆ ਤੇ ਕਿਹੜੀ ਗੱਲ ਹੈ, ਉਦੋਂ ਨਹੀਂ ਸੀ ਯਾਦ ਆਇਆ। ਹੁਣ ਪੂਰੀ ਗੱਡੀ ਤਬਾਹ ਹੋ ਗਈ। ਹੁਣ ਕੋਈ ਇਹ ਦੁਨਿਆਵੀ ਸੋਚਾਂ ਨੇ ਸਰ, ਸਾਡੇ ਅੰਦਰ ਬਰਦਾਸ਼ਤ ਦਾ ਮਾਦਾ ਕਿੰਨਾ ਹੈ। ਅਸੀਂ ਦੁਨਿਆਵੀ ਜ਼ਿੰਦਗੀ ਗੁਜ਼ਾਰਦੇ ਹੋਏ ਕਿਸੇ ਨੂੰ ਬਦਲਣ ਵਾਸਤੇ ਕੀਤਾ ਕੀ ਏ? ਅਸੀਂ ਆਪਣੀ ਅਨਾ ਨੂੰ ਮਾਰਿਆ ਕਿੰਨਾ ਏ? ਅਸੀਂ ਆਪਣੀਆਂ ਚਾਹਤਾਂ ਨੂੰ ਛੱਡਿਆ ਕਿੰਨਾ ਏ? ਅਸੀਂ ਬਾਪ ਨੂੰ ਰਾਜ਼ੀ ਕੀਤਾ ਕਿੰਨਾ ਏ? ਅਸੀਂ ਉਹਦੇ ਹੁਕਮਾਂ ਤੇ ਚੱਲੇ ਆ ਜਾਂ ਨਹੀਂ ਚੱਲੇ? ਉਹ ਚੀਜ਼ਾਂ ਕਿ ਤੁਸੀਂ ਦੁਨੀਆਦਾਰੀ ਦੇ ਲੋਕਾਂ ਦੇ ਵਿੱਚ ਜਾਓ, ਤੁਸੀਂ 50-100 ਲੋਕਾਂ ਦੇ ਵਿੱਚ ਇਕੱਠੇ ਹੋਵੋ ਤੇ ਤੁਹਾਨੂੰ ਲੱਗੇ ਕਿ ਉਹ ਸਾਰੇ ਤੁਹਾਨੂੰ ਅਜੀਬ ਜੀਆਂ ਨਜ਼ਰਾਂ ਦੇ ਨਾਲ ਵੇਂਦੇ ਪਏ ਨੇ ਕਿ ਆਹ ਕੀ ਬਣ ਕੇ ਆ ਗਿਆ, ਇਹ ਸਾਡੇ ਤੋਂ ਅਲੱਗ ਜਿਹਾ ਹੀ ਹੈ, ਇੰਜ ਕਿਉਂ ਹੈ? ਤੇ ਤੁਹਾਨੂੰ ਉਹ ਬਰਦਾਸ਼ਤ ਕਰਨਾ ਪਿਆ। ਤੁਸੀਂ ਕਹੋ ਮੈਨੂੰ ਪਤਾ ਮੈਂ ਕੀ ਆ, ਮੈਂ ਕੀ ਕਰ ਰਿਹਾ ਵਾਂ। ਇੱਥੇ ਪ੍ਰੋਬਲਮ ਇਹ ਵੇ, ਅੱਜ ਅਸੀਂ ਕਿਸੇ ਨੂੰ ਕਹਿ ਦੇਈਏ ਨਾ, ਮੈਂ ਵੇਖਿਆ ਏ ਜਿਹੜੇ ਐਕਸਟਰਾ ਮੇਕਅਪ ਤੇ ਉਹ ਸਾਰਾ ਕਰਦੀਆਂ ਨਾ ਭੈਣਾਂ, ਬਹੁਤ ਜ਼ਿਆਦਾ ਐਕਸਟਰਾ ਚੀਜ਼ਾਂ ਨੂੰ ਕਰਦੀਆਂ, ਉਹਨਾਂ ਦੇ ਕੋਲ ਕੋਈ ਐਸਾ ਜਾਏ ਜਿਹੜਾ ਨਾ ਕਰਦਾ ਹੋਏ, ਉਹ ਦਿਵਾਲੇ ਹੋ ਜਾਂਦੀਆਂ ਨੇ। ਤੂੰ ਕਿਉਂ ਨਹੀਂ ਕਰਦੀ? ਅਸੀਂ ਪਾਗਲ, ਅਸੀਂ ਕਰਨੀਆਂ, ਤੂੰ ਵੀ ਕਰ। ਉਹ ਇਹਨੂੰ ਵੇਖ ਕੇ ਇਹ ਨਹੀਂ ਕਹਿਣਗੇ ਜੇ ਇਹ ਨਹੀਂ ਕਰਦੀ ਪਈ ਤੇ ਇਹਦਾ ਚੱਲ ਰਿਹਾ ਨਾ ਕੰਮ ਠੀਕ ਹੀ ਏ। ਉਹ ਸਾਰੀਆਂ ਮਿਲ ਕੇ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ ਕਿ ਤੂੰ ਵੀ ਕਰ, ਨਹੀਂ ਤੇ ਕਿਤਾਬੀ ਹੱਥ ਚੋਂ ਨਾ ਕੱਟਿਆ ਜਾਏਗਾ, ਤੂੰ ਵੀ ਕਰੇ। ਇਸ ਤੋਂ ਕਦੀ ਫਿਕਰ ਇਸ ਗੱਲ ਦੀ ਨਾ ਕਰੋ, ਹਮੇਸ਼ਾ ਫਿਕਰ ਇਸ ਗੱਲ ਦੀ ਕਰੋ ਕਿ ਜੋ ਕੁਝ ਤੁਸੀਂ ਕਰਦੇ ਪਏ ਹੋ ਨਾ, ਸਰ ਜੀ ਯਾਦ ਰੱਖਣਾ, ਤੁਸੀਂ 50 ਬੰਦਿਆਂ ਦੇ ਵਿੱਚ ਗਏ, ਵਿੱਚੋਂ 40 ਤੁਹਾਡੇ ਖਿਲਾਫ ਨੇ, ਕੋਈ 10 ਕੁ ਤੁਹਾਡੇ ਨਾਲ ਵੀ ਹੋ ਹੀ ਜਾਣਗੇ। ਉਹ ਕਹਿਣਗੇ ਨਹੀਂ ਯਾਰ ਤੂੰ ਠੀਕ ਕੀਤਾ। ਉਹ ਜਿਹੜੇ ਕਹਿੰਦੇ ਨੇ ਨਾ ਠੀਕ ਕੀਤਾ, ਉਹਨੇ ਕੋ ਬੰਦੇ ਹੀ ਚਾਹੀਦੇ ਨੇ, ਬਾਕੀ ਜਾਣ ਦਿਓ। ਜਿਹੜੇ ਚੰਦ ਲੋਕਾਂ ਨੇ ਬਦਲਣਾ ਵੇ, ਉਹਨਾਂ ਨੂੰ ਬਦਲਣ ਦੀ ਵਜ੍ਹਾ ਬਣ ਜਾਓ। ਜੇ ਉਹ ਗੈਦਰਿੰਗ ਨਹੀਂ ਹੈ ਜਿਹੜੀ ਠੀਕ ਰਹਿ ਕੇ ਚੱਲਦੀ ਗਏ, ਤੇ ਕੋਸ਼ਿਸ਼ ਕਰੋ, ਕੋਸ਼ਿਸ਼ ਕਰਨਾ ਸ਼ੁਰੂ ਕਰੋ। ਟਾਈਮ ਐਸਾ ਆਏਗਾ ਕਿ ਤੁਸੀਂ ਉਹ ਗੈਦਰਿੰਗ ਇਕੱਠੀ ਕਰ ਲਵੋਗੇ, ਜਿਹੜੇ ਸਾਰੇ ਇੱਕੋ ਕਾਨੂੰਨ ਤੇ ਖੜੇ ਹੋ ਕੇ ਕਹਿਣਗੇ ਨਹੀਂ ਇਹ ਗਲਤ ਹੈ, ਇਹ ਨਹੀਂ ਕਰਨਾ। ਪਰ ਇਹਦੇ ਵਾਸਤੇ ਹਿੰਮਤ ਚਾਹੀਦੀ ਹੈ। ਹਾਲੇਲੂਇਆ। ਤੇ ਹਿੰਮਤ ਕਿੱਥੋਂ ਆਉਂਦੀ ਹੈ? ਹਿੰਮਤ ਖੁਦਾ ਦਿੰਦਾ ਏ, ਉਹ ਰੂਹ ਖੁਦਾ ਦਾ ਏ, ਉਹ ਦੇਗਾ ਫਿਰ ਉਹ ਆਏਗੀ। ਤੇ ਜਦੋਂ ਉਹ ਆਏਗੀ ਫਿਰ ਦੁਨੀਆ ਦਾ ਨਿਜ਼ਾਮ ਤੁਹਾਡੇ ਖਿਲਾਫ ਖੜਾ ਹੋਏ ਕੁਝ ਨਹੀਂ ਕਰ ਸਕਦਾ। ਤੁਸੀਂ ਆਪਣੇ ਲੋਕਾਂ ਨੂੰ ਲੈ ਕੇ ਨਿਕਲ ਜਾਓਗੇ, ਤੁਸੀਂ ਨਿਜ਼ਾਮ ਨੂੰ ਬਦਲਣ ਵਾਲੇ ਬਣ ਜਾਓਗੇ। ਸਾਡੇ ਨਾਲ ਬੇਸ਼ਤਰ ਲੋਕ ਨੇ ਜਿਹੜੇ ਨਿਜ਼ਾਮ ਦੇ ਖਿਲਾਫ ਖੜੇ ਹੋਏ ਨੇ, ਉਹ ਗੱਲ ਕਰਦੇ ਨੇ, ਉਹ ਬੁਰੀਆਂ ਚੀਜ਼ਾਂ ਤੋਂ ਅਵੋਇਡ ਕਰਦੇ ਨੇ, ਪਰ ਕਈ ਹਾਲੇ ਹੀ ਵਿੱਚ ਕਾਲੀਆਂ ਭੇਡਾਂ ਨੇ। ਉਹ ਨਜ਼ਰ ਤੇ ਬਜ਼ਾਹਰੀ ਸਾਡੇ ਲੱਗਦੇ ਨੇ, ਪਰ ਉਹ ਨਾ ਮਤਲਬ ਵਿੱਚ ਨਾ ਡੰਡੀ ਮਾਰ ਜਾਂਦੇ ਨੇ, ਉਹ ਪ੍ਰੋਬਲਮ ਖੜੀ ਕਰ ਜਾਂਦੇ ਨੇ। ਹਾਲੇਲੂਇਆ। ਇਸ ਤੋਂ
ਇਹ ਉਹ ਟਾਈਮ ਹੈ ਕਿ ਜਿਹੜੇ ਟਾਈਮ ਦੇ ਵਿੱਚ ਬਾਪ ਦੀ ਮਰਜ਼ੀ ਤੋਂ ਬਾਅਦ ਕੁਛ ਨਾ ਹੋਏ ਸਾਡੀ ਜ਼ਿੰਦਗੀ ਦੇ ਵਿੱਚ। ਇਹ ਰੂਹਾਨੀਅਤ ਹੈ। ਰੂਹਾਨੀਅਤ ਹੈ ਕਿ ਅਸੀਂ ਉਹਦੇ ਕਾਨੂੰਨ ਤੇ ਖੜੇ ਆ। ਰੂਹਾਨੀਅਤ ਹੈ ਕਿ ਅਸੀਂ ਖੜੇ ਆ, ਲੋਕ ਗੱਲਾਂ ਕਰਨ, ਸਾਨੂੰ ਕੋਈ ਪਰਵਾਹ ਨਹੀਂ। ਲੋਕਾਂ ਨੇ ਅੱਛਾ ਬਣਨ ਦੀ ਕੋਸ਼ਿਸ਼ ਇਸ ਤੋਂ ਵੀ ਨਹੀਂ ਕੀਤੀ ਕਿ ਯਾਰ ਜਦੋਂ ਸਾਰੇ ਇਹੋ ਜਿਹੇ ਨੇ, ਇਹਨਾਂ ਨੇ ਮੇਰੀ ਕਿੱਥੇ ਮੰਨਣੀ ਹੈ, ਉਹ ਇਹਨਾਂ ਨੇ ਕਿੱਥੇ ਮੰਨਣੀ ਹੈ, ਲੋਕ ਇਸ ਤੋਂ ਚੰਗੇ ਬਣਦੇ ਹੀ ਨਹੀਂ ਹੈ। ਨਹੀਂ ਜੀ ਹੁਣ ਸਾਰੇ ਇੰਨੇ ਇੱਕ ਪਾਸੇ, ਮੈਂ ਹੁਣ ਕੀ ਕਰਦਾ, ਮੈਨੂੰ ਤਾਂ ਫਿਰ ਮੰਨਣੀ ਪੈਣੀ ਸੀ। ਪਰ ਯਾਦ ਰੱਖਣਾ, ਖੁਦਾ ਦਾ ਰੂਹ, ਖੁਦਾ ਦਾ ਕਾਨੂੰਨ ਹੈ ਜਿਹੜਾ, ਖੁਦਾ ਦਾ ਰੂਹ ਹੈ ਜਿਹੜਾ, ਉਹ ਕਦੀ ਤਾਦਾਦ ਨੂੰ ਨਹੀਂ ਵੇਂਦਾ ਕਿ ਕਿੰਨੇ ਨੇ। ਉਹ ਹਮੇਸ਼ਾ ਇੱਕ ਨੂੰ ਖੜਾ ਕਰੇਗਾ ਤੇ ਚੀਜ਼ਾਂ ਨੂੰ ਬਦਲਾ ਦੇਗਾ। ਚੀਜ਼ਾਂ ਬਦਲਣਗੀਆਂ, ਚੀਜ਼ਾਂ ਬਦਲ ਜਾਣਗੀਆਂ। ਉਹ ਇੱਕ ਵੀ ਖੜਾ ਹੋਏਗਾ ਤੇ ਨਿਜ਼ਾਮ ਨੂੰ ਬਦਲ ਦੇਗਾ। ਹਾਲੇਲੂਇਆ। ਤੇ ਕਿਹਦਾ ਈਮਾਨ ਹੈ ਕਿ ਉਹ ਇੱਕ ਵੀ ਖੜਾ ਹੋਏਗਾ ਤਾਂ ਨਿਜ਼ਾਮ ਬਦਲੇਗਾ। ਤੇ ਬਾਏ ਦ ਗ੍ਰੇਸ ਆਫ ਗੋਡ, ਖੁਦਾਵੰਦ ਦਾ ਸ਼ੁਕਰ ਅਸੀਂ ਕਰਨੇ ਆ ਕਿ ਅਸੀਂ ਉਹ ਵਾਂ ਜਿਨ੍ਹਾਂ ਨੇ ਨਿਜ਼ਾਮ ਨੂੰ ਬਦਲਿਆ ਏ। ਤੇ ਮੇਰਾ ਈਮਾਨ ਹੈ ਕਿ ਤੁਸੀਂ ਵੀ ਉਹ ਜਿਹੜੇ ਨਿਜ਼ਾਮ ਨੂੰ ਬਦਲ ਰਹੇ ਵੀ ਹੋ ਤੇ ਬਦਲਦੇ ਜਾਓਗੇ ਵੀ। ਹਾਲੇਲੂਇਆ। ਅਸਲ 'ਚ ਇਹ ਰੂਹਾਨੀਅਤ ਹੈ, ਇਹ ਹੋਰ ਕੁਛ ਨਹੀਂ ਹੈ। ਇਹ ਰੂਹਾਨੀਅਤ ਹੈ। ਰੂਹਾਨੀਅਤ ਕੀ ਹੈ? ਰੂਹਾਨੀਅਤ ਬਾਪ ਦੀ ਮਰਜ਼ੀ ਨੂੰ ਪੂਰਾ ਕਰਨਾ ਹੈ। ਬਾਪ ਦੀ ਮਰਜ਼ੀ ਨੂੰ ਪੂਰਾ ਕਰਨਾ ਰੂਹਾਨੀਅਤ ਹੈ। ਉਹਨੂੰ ਰਾਜ਼ੀ ਰੱਖਣਾ ਰੂਹਾਨੀਅਤ ਹੈ। ਉਹ ਸਾਡੇ ਤੋਂ ਖੁਸ਼ ਹੋਏ, ਇਹ ਰੂਹਾਨੀਅਤ ਹੈ। ਉਹਨੂੰ ਰਾਜ਼ੀ ਕਰਨਾ, ਇਹ ਰੂਹਾਨੀਅਤ ਹੈ। ਤੇ ਜੇ ਅਸੀਂ ਜਿਸਮਾਨੀ ਆ, ਉਹ ਸਾਡੇ ਤੋਂ ਖੁਸ਼ ਨਹੀਂ ਹੋਏਗਾ। ਸਾਡਾ ਬਾਪ ਰੂਹ ਹੈ, ਆਪਾਂ ਰੂਹ ਦੇ ਤਹਿਤ ਚਲੇ ਗਏ। पहला करंथियों को 3 बाब और 18 आयत। इधर कि कोई अपने आप को फरेब ना दे। अगर कोई तुम में अपने आप को इस जहां में हकीम समझे तो बेवकूफ बने ताकि हकीम हो जाए। हालेलुया। अगर कोई ताडे विचों ऐसा है, अगर कोई ताडे विच ऐसा है जिहड़ा चाहता है कि मैं हिकमत वाला बन जावा, मैं अकल दनाई वाला बन जावा, ते मैं की करा? मैं बेवकूफ बना। जे मैं चाहना वा मैं हिकमत वाला बना तो मैनू की करना पेगा? मैनू बेवकूफ बनना पेगा। अगर मैं चाहना वा मैं अकल वाला बना तो मैनू बेवकूफ बनना पैना है। की मतलब? कि कोई अपने आप को फरेब ना दे। अगर कोई तुम में अपने आप को इस जहां में हकीम समझे तो बेवकूफ बने ताकि हकीम हो जाए, क्योंकि दुनिया की हिकमत खुदा के नजदीक बेवकूफी है। चुनाचा लिखा है कि वो हकीमों को उन्हीं की चालाकी में फंसा देता है। हालेलुया। इस दुनिया की हिकमत है जिहड़ी ਉਹ ਬਾਪ ਦੇ ਸਾਹਮਣੇ, ਉਹ ਖੁਦਾ ਦੇ ਸਾਹਮਣੇ ਬੇਵਕੂਫੀ ਹੈ। ਤੇ ਯਾਦ ਰੱਖਣਾ ਕਿ ਦੁਨਿਆਵੀ ਨਿਜ਼ਾਮ ਦੇ ਵਿੱਚ ਰਹਿਣ ਵਾਲੇ ਲੋਕ ਨੇ ਜਿਹੜੇ, ਉਹਨਾਂ ਦੇ ਸਾਹਮਣੇ ਰੂਹਾਨੀ ਹੈ ਜਿਹੜਾ, ਉਹ ਬੇਵਕੂਫ ਹੈ। ਅਗਰ ਤੁਸੀਂ ਚਾਹੁੰਦੇ ਹੋ ਖੁਦਾ ਦੀ ਨਜ਼ਰ ਦੇ ਵਿੱਚ हिकमत वाला बनना, अकलमंद बनना, ते तुहानू दुनिया के सामने बेवकूफ बनना पैना है। ते जे तुसी दुनियावी निजाम वाले लोगों के सामने अकल वाला बनना चाहते हो कि लोग मैनू अकल वाला जानन, ते फिर याद रखना तुसी खुदा के सामने बेवकूफ साबित होवोगे। क्यों? क्योंकि दुनिया के सामने जेड़ा हिकमत वाला है वह हमेशा दुनिया की मर्जी नू पूरा करने की कोशिश करेगा कि लोग उन्होंने अच्छा जानन। ते जदों तुसी दुनियादारी के निजाम च रह के बाप की मर्जी नू पूरा करना चाहोगे ते ओदी मर्जी नू पूरा करने दे चक्कर दे विच लोग तुहाडे खिलाफ खड़े होणगे कि तुसी गलत हो। इंज नहीं हुंदा। ये तरीका केड़ा है भाई? हुण या तुसी दुनियादारी दे निजाम दे विच अकलमंद बनोगे या खुदा दी अखां सामने, ओदे सामने तुसी अकलमंद बनोगे। फैसला तुहाडा है। तुसी किदे सामने बेवकूफ बनना है ते किदे सामने अकलमंद बनना है। इस तो जेड़ा चाहता है कि बाप के सामने अकलमंद रहे, वो दुनियादारी के निजाम तो हट के रहेगा, वो हट के जिंदगी गुजारेगा, वो दुनिया दी चीज़ों के खिलाफ गल करेगा। जदों वो खिलाफ गल करेगा लोग उसके खिलाफ गल्लां करनगे, ते जदों उसके खिलाफ गल्लां करनगे ओनू बेवकूफ कहणगे, ते जदों ओनू बेवकूफ कहणगे फिर आसमान ते ओनू अकलमंद गिणिया जाएगा, वो अकलमंद बनेगा। हालेलुया। इस तो मेरे अजीजो अज जरूरत इस गल दी कि असी बाप नू
ਅਵਲ ਦਰਜਾ ਦਈਏ ਆਪਣੀ ਜ਼ਿੰਦਗੀ ਦੇ ਵਿੱਚ। ਸਾਡੇ ਕੰਮਾਂ 'ਚ, ਸਾਡੇ ਘਰ 'ਚ ਜਿਹੜੀ ਵੈਲਿਊ ਉਹਦੀ ਹੋਰ ਕਿਸੇ ਦੀ ਨਾ ਹੋਏ, ਉਹਦਾ ਟਾਈਮ ਅਸੀਂ ਉਹਨੂੰ ਦਈਏ। ਉਹਦੇ ਨਾਲ ਰਹਿਣਾ ਹੈ ਜਿਹੜਾ ਸਾਡਾ, ਉਹ ਉਹਦੇ ਨਾਲ ਹੋਏ। ਜਿਹੜਾ ਕਲਾਮ ਦਾ ਟਾਈਮ ਹੈ, ਜਿਹੜਾ ਚੇਅਰਸ ਦਾ ਟਾਈਮ ਹੈ, ਜਿਹੜਾ ਖੁਦਾ ਦੇ ਨਾਲ ਟਾਈਮ ਗੁਜ਼ਾਰਨ ਦਾ ਟਾਈਮ ਹੈ, ਜਿਹੜਾ ਵਫਾਦਾਰੀ ਦੇ ਵਿੱਚ ਚੱਲਣ ਦਾ ਟਾਈਮ ਹੈ, ਉਹ ਹਰ ਇੱਕ ਟਾਈਮ ਹੈ ਜਿਹੜਾ ਉਹ ਉਹਦਾ ਟਾਈਮ ਹੈ। ਕਿਉਂਕਿ ਉਹ ਉਹਦਾ ਟਾਈਮ ਹੈ, ਮੈਂ ਉਹਦੇ ਤਰੀਕੇ ਦੇ ਨਾਲ ਗੁਜ਼ਾਰਾਂ, ਮੈਂ ਉਹਦੀ ਮਰਜ਼ੀ 'ਚ ਰਹਿ ਕੇ ਜ਼ਿੰਦਗੀ ਗੁਜ਼ਾਰਾਂ, ਮੈਂ ਆਪਣੀ ਜ਼ਿੰਦਗੀ ਦੇ ਵਿੱਚੋਂ ਬੁਰੀਆਂ ਚੀਜ਼ਾਂ ਨੂੰ ਖਤਮ ਕਰਕੇ ਜ਼ਿੰਦਗੀ ਗੁਜ਼ਾਰਾਂ, ਮੈਂ ਉਹਦੇ ਨਾਂ ਨੂੰ ਉੱਚਾ ਕਰਦਾ ਹੋਇਆ ਜ਼ਿੰਦਗੀ ਗੁਜ਼ਾਰਾਂ, ਮੈਂ ਆਪਣੀ ਤੋਨ ਨੀਵੀਂ ਕਰਕੇ ਜ਼ਿੰਦਗੀ ਗੁਜ਼ਾਰਾਂ। ਮੇਰੀ ਤੋਨ ਹਮੇਸ਼ਾ ਬਾਪ ਦੇ ਸਾਹਮਣੇ ਉੱਚੀ ਹੋਏ। ਜਦੋਂ ਤੁਸੀਂ ਇਹ ਚੀਜ਼ਾਂ ਨੂੰ ਸੋਚੋਗੇ, ਚੱਲੋਗੇ, ਫਿਰ ਦੁਨੀਆਦਾਰੀ ਦੇ ਨਿਜ਼ਾਮ ਦੀ ਤੁਹਾਨੂੰ ਪਰਵਾਹ ਨਹੀਂ ਹੋਏਗੀ, ਹਮੇਸ਼ਾ ਬਾਪ ਦੀ ਪਰਵਾਹ ਹੋਏਗੀ। ਤੇ ਜਦੋਂ ਤੁਸੀਂ ਬਾਪ ਦੀ ਪਰਵਾਹ ਕਰੋਗੇ, ਉਹ ਤੁਹਾਨੂੰ ਉੱਚਾ ਕਰੇਗਾ। ਹਾਲੇਲੂਇਆ। ਉਹਦਾ ਟਾਈਮ ਉਹਨੂੰ ਦੇ ਕੇ, ਉਹਦੇ ਬਾਦਸ਼ਾਹੀ ਦੇ ਕੰਮਾਂ ਨੂੰ ਉਹਦੀ ਹਜ਼ੂਰੀ ਦੇ ਵਿੱਚ ਕਰਦੇ ਹੋਏ ਜ਼ਿੰਦਗੀ ਗੁਜ਼ਾਰ ਕੇ, ਇਹ ਸਾਡੇ ਕੰਮ ਨੇ ਜਿਹੜੇ ਅਸੀਂ ਕਰਨੇ ਨੇ। ਤੇ ਇਹੀ ਉਹ ਕੰਮ ਨੇ ਜਿਨ੍ਹਾਂ ਨੇ ਬਾਪ ਦੀ ਨਜ਼ਰ ਦੇ ਵਿੱਚ ਸਾਨੂੰ ਉੱਚਾ ਕਰਨਾ ਹੈ। ਉਹਦੀ ਮਰਜ਼ੀ ਨੂੰ ਜਾਣਗੇ, ਉਹ ਚਾਹੁੰਦਾ ਕੀ ਹੈ ਮੇਰੇ ਤੋਂ। ਜੇ ਉਹਨੇ ਮੈਨੂੰ ਦਿੱਤਾ ਏ, ਮੇਰਾ ਬਣਦਾ ਹੈ ਕਿ ਮੈਂ ਉਹਨੂੰ ਦਿਆਂ। ਉਹਨੇ ਮੈਨੂੰ ਜ਼ਿੰਦਗੀ ਦਿੱਤੀ, ਮੈਂ ਆਪਣੀ ਜ਼ਿੰਦਗੀ ਉਹਨੂੰ ਦਿਆਂ, ਮੈਂ ਉਹਨੂੰ ਰਾਜ਼ੀ ਰੱਖਣ ਦੀ ਕੋਸ਼ਿਸ਼ ਹਮੇਸ਼ਾ ਕਰਾਂ। ਹਾਲੇਲੂਇਆ। ਮੈਂ ਉਹਦੀ ਚਾਹਤਾਂ ਨੂੰ ਹਮੇਸ਼ਾ ਪੂਰਾ ਕਰਨ ਦੀ, ਤੇ ਮੈਂ ਉਹ ਵਾਲਾ ਬੇਟਾ ਬਣਾ ਜਿਹੜਾ ਬਾਪ ਨੂੰ ਹਮੇਸ਼ਾ ਕਹਿੰਦਾ ਹੈ ਕਿ ਬਾਪ ਤੇਰੀ ਕੀ ਮਰਜ਼ੀ ਕੀ। ਸਭ ਤੋਂ ਪਹਿਲਾ ਦਰਜਾ ਇਹ ਹੈ ਕਿ ਜਦੋਂ ਤੁਸੀਂ ਉਹਦੀ ਮਰਜ਼ੀ ਨੂੰ ਪੁੱਛੋਗੇ, ਉਹ ਤੁਹਾਡੇ ਸਾਹਮਣੇ ਕਲਾਮ ਖੋਲ ਦੇਗਾ, ਉਹ ਤੁਹਾਡੇ ਸਾਹਮਣੇ ਕਲਾਮ ਰੱਖੇਗਾ ਕਿ ਤੁਸੀਂ ਇਹਨੂੰ ਪੜ੍ਹੋ ਤੇ ਇਹਦੇ ਮੁਤਾਬਕ ਚੱਲੋ। ਤੇ ਜਿਹੜੀਆਂ ਚੀਜ਼ਾਂ ਕਲਾਮ 'ਚ ਲਿਖੀਆਂ, ਹਮੇਸ਼ਾ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ ਕਿ ਦੁਨੀਆ ਦੇ ਹਮਸ਼ਕਲ ਨਹੀਂ ਬਣਨਾ, ਦੁਨੀਆ ਦੇ ਤੌਰ ਤਰੀਕਿਆਂ ਤੇ ਨਹੀਂ ਚੱਲਣਾ, ਦੁਨੀਆ ਨੂੰ ਪਸੰਦ ਆਉਣ ਦੀ ਕੋਸ਼ਿਸ਼ ਨਹੀਂ ਕਰਨੀ, ਬਾਪ ਨੂੰ ਰਾਜ਼ੀ ਕਰਨ ਦੀ ਹਮੇਸ਼ਾ ਫਿਕਰ ਕਰਨੀ ਹੈ, ਬਾਪ ਦੀ ਬਾਦਸ਼ਾਹੀ ਵਾਸਤੇ ਹਮੇਸ਼ਾ ਇਸਤੇਮਾਲ ਹੋਣਾ ਹੈ, ਚੀਜ਼ਾਂ ਨੂੰ ਬਿਹਤਰ ਕਰਨਾ ਹੈ। ਉਹ ਚੀਜ਼ਾਂ ਜਿਹੜੀਆਂ ਬਾਪ ਨੂੰ ਪਸੰਦ ਆਣ, ਇਹ ਉਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਬਾਪ ਦੀ ਨਜ਼ਰ 'ਚ ਉੱਚਾ ਕਰਨਗੀਆਂ, ਤੇ ਇਹੀ रूहानियत है। हालेलुया। हम आखिरी ज़माना में हैं और खुदा का कलाम ज़्यादा से ज़्यादा लोगों तक पहुंचाना ज़रूरी है। हो सकता है आपका एक शेयर किसी के ईमान को मजबूत करे और किसी ज़िंदगी को यीशु मसीह के करीब ले आए। वीडियो को लाइक और शेयर करें, अपनी राय कमेंट में ज़रूर लिखें और अर्थ टू हेवन मिनिस्ट्री के चैनल को सब्सक्राइब करके बेल आइकन को दबाएं ताकि हर आने वाली वीडियो सबसे पहले आप तक पहुंचे। जय मसीह की।